ਸਤਿਕਾਰਯੋਗ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ, ਜੈ ਲਖਦਾਤਾ ਪੀਰ ਦੀ, ਮੌਜ ਫਕੀਰ ਦੀ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਸੰਸਾਰ ਦੀ ਕਮਾਈ ਦੇ ਨਾਲ ਨਾਲ ਨਾਮ ਸਿਮਰਨ ਦੀ ਕਮਾਈ ਵੀ ਜ਼ਰੂਰ ਇਕੱਠੀ ਕਰਦੇ ਰਿਹਾ ਕਰੋ। ਜਿਸ ਤਰ੍ਹਾਂ ਸੰਸਾਰ ਦੇ ਕੰਮ ਵੀ ਜ਼ਰੂਰੀ ਨੇ, ਇਸੇ ਤਰ੍ਹਾਂ ਸਾਨੂੰ ਬੰਦਗੀ ਕਰਨਾ ਵੀ ਬਹੁਤ ਜ਼ਰੂਰੀ ਆ। ਸਮੇਂ ਬਹੁਤ ਬਲਵਾਨ ਹੁੰਦਾ ਆ, ਸਮੇਂ ਦੀ ਸਾਰੀ ਖੇਡ ਹੁੰਦੀ ਆ। ਮੈਂ ਕੀ ਜਾਣਾ ਰੰਗ ਮਾਲਕ ਦੇ, ਕਿਤੋਂ ਕੀ ਕਰਾਵੇ, ਰਾਜੇ ਨੂੰ ਕਰਦੇ ਭਿਖਾਰੀ, ਭਿਖਾਰੀ ਨੂੰ ਤਖਤ ਬਿਠਾਵੇ। ਇਹ ਸਭ ਉਸ ਪਰਮਾਤਮਾ ਦੀ ਖੇਡਾਂ ਹੁੰਦੀਆਂ, ਸਮੇਂ ਦੀ ਚਾਲ ਹੁੰਦੀ ਆ। ਤੇ ਇਸ ਕਰਕੇ ਤੁਸੀਂ ਆਪਣੇ ਗੁਰੂ ਤੇ ਪੂਰਾ ਭਰੋਸਾ, ਪੂਰਾ ਵਿਸ਼ਵਾਸ ਰੱਖਣਾ ਆ। ਤੁਹਾਡਾ ਵਿਸ਼ਵਾਸ ਔਰ ਭਰੋਸਾ ਤੁਹਾਡਾ ਪੂਰਾ, ਤਾਂ ਤੁਸੀਂ ਭਗਤੀ ਵਿੱਚ ਪਾਸ ਹੋ ਸਕਦੇ ਹੋ, ਸਫਲ ਹੋ ਸਕਦੇ ਹੋ। ਇੱਕ ਵਾਰ ਇੱਕ ਸਾਧੂ ਚੋਰ ਇੱਕ ਚੋਰ ਸਾਧੂ ਰੂਪ ਦੇ ਵਿੱਚ ਇੱਕ ਨਗਰ ਦੇ ਵਿੱਚ ਜਾ ਰਿਹਾ ਸੀ। ਉਹਨੇ ਸਾਧੂ ਭੇਸ ਬਣਾਇਆ ਹੋਇਆ ਸੀ ਤੇ ਉਸ ਨੂੰ ਨਗਰ ਦੇ ਵਿੱਚ ਜਾਂਦੇ ਜਾਂਦੇ ਅੱਗੇ ਉਸ ਨੂੰ ਰਾਣੀ ਟੱਕਰੀ। ਰਾਣੀ ਨੇ ਦੇਖਿਆ ਕਿ ਸਾਧੂ ਸੰਤ ਮਹਾਤਮਾ ਆ ਰਿਹਾ, ਕਿਉਂ ਨਾ ਇਹਨਾਂ ਕੋਲੋਂ ਨਾਮ ਦੀ ਦੀਕਸ਼ਾ ਲੈ ਕੇ ਸਿਮਰਨ ਕੀਤਾ ਜਾਵੇ, ਉਸ ਪਰਮਾਤਮਾ ਨੂੰ ਪਾਇਆ ਜਾਵੇ। ਤਾਂ ਉਸ ਰਾਣੀ ਨੇ ਉਸ ਸਾਧੂ ਨੂੰ ਪੁੱਛਿਆ, ਸਾਧੂ ਨੂੰ ਕਿਹਾ ਕਿ ਮਹਾਰਾਜ, ਮੈਂ ਤੁਹਾਡੀ ਸ਼ਿਸ਼ਯ ਬਣਨਾ ਚਾਹੁੰਦੀ ਹਾਂ, ਮੈਨੂੰ ਨਾਮ ਸ਼ਬਦ ਦਿਓ ਕੋਈ, ਕਿ ਮੈਂ ਬੰਦਗੀ ਕਰਾਂ, ਭਗਤੀ ਕਰਾਂ ਤੇ ਉਸ ਪਰਮਾਤਮਾ ਨੂੰ ਪਾ ਸਕਾਂ ਤੇ ਮੇਰਾ ਇਹ ਜੀਵਨ ਸਫਲ ਹੋ ਜਾਵੇ। ਪਰਮਾਤਮਾ ਦਾ ਦਿੱਤਾ ਸਭ ਕੁਝ ਆ, ਕਿਸੇ ਗੱਲ ਦੀ ਕਮੀ ਨਹੀਂ ਹੈਗੀ। ਪਰ ਹੁਣ ਜੇ ਜ਼ਿੰਦਗੀ ਦਾ, ਇਸ ਜੀਵਨ ਦਾ ਜੋ ਮਕਸਦ ਆ ਉਹ ਵੀ ਪੂਰਾ ਹੋ ਜਾਵੇ, ਔਰ ਪਰਮਾਤਮਾ ਨੇ ਸਾਨੂੰ ਭਗਤੀ ਕਰਨ ਵਾਸਤੇ, ਬੰਦਗੀ ਕਰਨ ਵਾਸਤੇ ਇੱਥੇ ਭੇਜਿਆ, ਸੋ ਸਾਡਾ ਇਹ ਵੀ ਜੀਵਨ ਸਫਲ ਹੋ ਜਾਵੇ। ਤੁਸੀਂ ਕਿਰਪਾ ਕਰੋ, ਮੈਨੂੰ ਨਾਮ ਸ਼ਬਦ ਦਿਓ, ਯੁਕਤੀ ਦਿਓ ਕਿ ਮੈਂ ਅਭਿਆਸ ਕਰ ਸਕਾਂ। ਹੁਣ ਰਾਣੀ ਨੂੰ ਨਹੀਂ ਪਤਾ ਸੀ ਉਹ ਸਾਧੂ ਚੋਰ ਆ। ਉਹਨੇ ਕੱਪੜੇ ਸਾਧੂਆਂ ਵਾਲੇ ਪਾ ਲਏ ਤੇ ਉਹ ਸਾਧੂ ਲੱਗਣ ਲੱਗ ਗਿਆ। ਤੇ ਉਸ ਸਾਧੂ ਨੇ ਕਿਹਾ, ਉਸ ਚੋਰ ਨੇ ਕਿਹਾ ਕਿ ਰਾਣੀ, ਤੂੰ ਕੱਲ ਸਵੇਰੇ ਇਸ ਸਥਾਨ ਤੇ ਪੂਰਾ ਆਪਣਾ ਹਾਰ ਸ਼ਿੰਗਾਰ ਕਰਕੇ, ਜਿੰਨਾ ਤੇ ਕੋ ਸੋਨਾ ਪਿਆ ਸਾਰਾ ਪਾ ਕੇ ਤੂੰ ਇਸ ਸਥਾਨ ਤੇ ਪਹੁੰਚ ਜੀ, ਤੇ ਮੈਂ ਤੈਨੂੰ ਉੱਥੇ ਮਿਲਾਂਗਾ। ਰਾਣੀ ਨੂੰ ਪ੍ਰਭੂ ਨੂੰ ਪਾਉਣ ਦੀ ਇੱਛਾ ਸੀ, ਭਗਤੀ ਕਰਨ ਦਾ ਸ਼ੌਂਕ ਸੀ, ਤੇ ਉਸਨੇ ਉਸ ਸਾਧੂ ਤੇ ਭਰੋਸਾ, ਵਿਸ਼ਵਾਸ ਕੀਤਾ ਤੇ ਅਗਲੇ ਦਿਨ ਹਾਰ ਸ਼ਿੰਗਾਰ ਕਰਕੇ, ਸਾਰੇ ਗਹਿਣੇ ਸਰੀਰ ਤੇ ਪਾ ਕੇ ਉਸ ਸਾਧੂ ਦੇ, ਉਸ ਚੋਰ ਦੇ ਦੱਸੇ ਹੋਏ ਟਿਕਾਣੇ ਤੇ ਪਹੁੰਚ ਗਈ। ਜਦੋਂ ਰਾਣੀ ਉਹ ਸਾਧੂ ਦੇ ਕੋਲ ਪਹੁੰਚੀ ਤਾਂ ਸਾਧੂ ਦੇਖ ਕੇ ਬੜਾ ਹੈਰਾਨ ਹੋਇਆ। ਮਨ ਦੇ ਵਿੱਚ ਸੋਚਣ ਲੱਗ ਗਿਆ ਕਿ ਅੱਜ ਤਾਂ ਸਾਡੀ ਗੱਲ ਬਣ ਗਈ, ਬਿਨਾਂ ਮਿਹਨਤ ਕੀਤੇ ਇੰਨਾ ਕੁਝ ਮਿਲ ਗਿਆ। ਤਾਂ ਉਸ ਰਾਣੀ ਨੂੰ ਉਹ ਚੋਰ, ਉਹ ਸਾਧੂ ਜੰਗਲ ਦੇ ਵਿੱਚ ਲੈ ਜਾਂਦਾ। ਜਦੋਂ ਜੰਗਲ ਦੇ ਵਿੱਚ ਲੈ ਕੇ ਜਾਂਦਾ ਤੇ ਉਹ ਸਾਧੂ ਉਸ ਰਾਣੀ ਨੂੰ ਕਹਿੰਦਾ ਕਿ ਰਾਣੀ, ਤੂੰ ਆਪਣੇ ਸਾਰੇ ਗਹਿਣੇ ਉਤਾਰ ਕੇ ਇਸ ਪੋਟਲੀ ਦੇ ਵਿੱਚ ਬੰਨ੍ਹ ਦੇ। ਤਾਂ ਰਾਣੀ ਨੇ ਬਿਨਾਂ ਸੋਚ ਵਿਚਾਰ ਕੀਤੇ, ਕੋਈ ਮਨ 'ਚ ਖਿਆਲ ਲਿਆਂਦੇ ਬਿਨਾਂ, ਉਸਨੇ ਆਪਣੇ ਸਾਰੇ ਗਹਿਣੇ ਉਤਾਰ ਕੇ ਉਸ ਪੋਟਲੀ ਵਿੱਚ, ਕੱਪੜੇ ਵਿੱਚ ਬੰਨ੍ਹ ਦਿੱਤੇ। ਤੇ ਉਹ ਸਾਧੂ ਨੇ, ਉਸ ਚੋਰ ਨੇ ਕਿਹਾ
ਕਿ ਬੇਟੀ ਤੈਨੂੰ ਮੈਂ ਸ਼ਬਦ ਦੇ ਦੇਣਾ, ਤੂੰ ਇਹ ਸਿਮਰਨ ਕਰਦੀ ਰਹੀਂ ਤੇ ਤੈਨੂੰ ਇੱਕ ਹਫ਼ਤੇ ਬਾਅਦ ਤੈਨੂੰ ਉਸ ਪਰਮਾਤਮਾ ਦੇ, ਉਸ ਰੱਬ ਦੇ ਦਰਸ਼ਨ ਹੋਣਗੇ। ਕਹਿੰਦੀ ਠੀਕ ਹੈ ਗੁਰੂ ਜੀ, ਜਿਸ ਤਰ੍ਹਾਂ ਆਪ ਜੀ ਦਾ ਹੁਕਮ। ਤਾਂ ਉਸ ਚੋਰ ਨੇ, ਉਸ ਸਾਧੂ ਨੇ ਉਸ ਰਾਣੀ ਨੂੰ ਪੇੜ ਦੇ ਨਾਲ ਬੰਨ੍ਹ ਦਿੱਤਾ। ਜੋ ਰੱਸੀ ਦਾ ਨਾਲ ਉਸ ਪੇੜ ਨਾਲ ਬੰਨ੍ਹ ਦਿੱਤਾ ਤੇ ਰਾਣੀ ਨੂੰ ਕਿਹਾ ਕਿ ਬੇਟੀ ਇਸ ਰੱਸੀ ਨੂੰ ਕੋਈ ਕਿਸੇ ਨੂੰ ਖੋਲਣ ਨਾ ਦਈ, ਤੇ ਇੱਕ ਹਫ਼ਤੇ ਬਾਅਦ ਮੈਂ ਆਵਾਂਗਾ, ਤੇਰੀ ਰੱਸੀ ਖੋਲਾਂਗਾ। ਤੂੰ ਕਿਸੇ ਨੂੰ ਵੀ ਖੋਲਣ ਨਹੀਂ ਦੇਣੀ ਰੱਸੀ, ਤੇ ਤੈਨੂੰ ਇੱਕ ਹਫ਼ਤੇ ਬਾਅਦ ਪਰਮਾਤਮਾ ਦੇ, ਉਸ ਵਾਹਿਗੁਰੂ ਦੇ, ਉਸ ਅੱਲਾ ਦੇ ਦਰਸ਼ਨ ਹੋਣਗੇ। ਤੂੰ ਇਹ ਸਿਮਰਨ ਕਰਦੀ ਰਹੀ। ਤਾਂ ਉਹ ਰਾਣੀ ਨੂੰ, ਉਹ ਸਾਧੂ ਨੇ, ਉਸ ਚੋਰ ਨੇ ਦਰਖਤ ਦੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਤੇ ਗਹਿਣੇ ਚੁੱਕ ਕੇ ਫਰਾਰ ਹੋ ਗਿਆ। ਰਾਣੀ ਨੂੰ ਭਰੋਸਾ ਸੀ, ਵਿਸ਼ਵਾਸ ਸੀ, ਤੇ ਰਾਣੀ ਆਪਣਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ ਪੈ ਗਈ, ਰਾਤ ਹੋਣ ਵਾਲੀ ਹੋ ਗਈ। ਜਦੋਂ ਰਾਤ ਹੋਈ ਤੇ ਰਾਜੇ ਨੇ ਦੇਖਿਆ ਕਿ ਰਾਣੀ ਮਹਿਲ ਦੇ ਵਿੱਚ ਨਹੀਂ ਹੈਗੀ, ਤਾਂ ਉਸਨੇ ਆਪਣੇ ਸਿਪਾਹੀਆਂ ਨੂੰ ਲੱਭਣ ਲਈ ਕਿਹਾ, ਤੇ ਸਿਪਾਹੀ ਲੱਭਦੇ ਲੱਭਦੇ ਉਸ ਰਾਣੀ ਨੂੰ ਉਸ ਜੰਗਲ ਦੇ ਵਿੱਚ ਪਹੁੰਚ ਜਾਂਦੇ ਆ। ਜਦੋਂ ਜੰਗਲ ਦੇ ਵਿੱਚ ਉਸ ਰਾਣੀ ਨੂੰ ਰੱਸੀ ਨਾਲ ਬੰਨੇ ਹੋਏ ਦਰਖਤ ਨਾਲ ਦੇਖਦੇ ਆ ਤੇ ਕਹਿੰਦੇ, ਹੇ ਰਾਣੀ, ਤੂੰ ਇੱਥੇ ਕੀ ਕਰਦੇ ਪਏ ਆ? ਤੇ ਉਸ ਸਿਪਾਹੀਆਂ ਨੇ ਰਾਣੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। ਜਦੋਂ ਕੋਲ ਗਏ ਖੋਲਣ ਲਈ ਤਾਂ ਰਾਣੀ ਨੇ ਕਿਹਾ ਕਿ ਤੁਸੀਂ ਰੱਸੀ ਨਹੀਂ ਖੋਲਣੀ, ਇਹ ਮੇਰੇ ਗੁਰੂ ਦਾ ਹੁਕਮ ਆ, ਤੇ ਤੁਸੀਂ ਏਦਾਂ ਹੀ ਵਾਪਸ ਚਲੇ ਜਾਓ। ਇੱਕ ਹਫ਼ਤੇ ਬਾਅਦ ਮੇਰੇ ਗੁਰੂ ਨੇ ਆਣਾ ਆ, ਉਹ ਮੇਰੀ ਇਹ ਰੱਸੀ ਖੋਲੂਗਾ, ਤੇ ਤੁਸੀਂ, ਮੇਰਾ ਹੁਕਮ ਆ, ਤੁਸੀਂ ਵਾਪਸ ਚਲੇ ਜਾਓ। ਸਿਪਾਹੀ ਵਾਪਸ ਆ ਗਏ, ਰਾਜੇ ਨੂੰ ਸਾਰੀ ਗੱਲ ਦੱਸੀ, ਤੇ ਰਾਜਾ ਵੀ, ਉਹ ਘੁਰਿਆ ਨਹੀਂ ਗਿਆ, ਰਾਜਾ ਵੀ ਉਸ ਜੰਗਲ ਵਿੱਚ ਚਲਾ ਗਿਆ। ਜਦੋਂ ਰਾਣੀ ਕੋਲ ਪਹੁੰਚਿਆ ਤਾਂ ਰਾਣੀ ਨੂੰ ਸਿਮਰਨ ਕਰਦੀ ਦੇਖ ਰਿਹਾ ਕਿ ਰਾਣੀ ਖੜੇ ਹੋ ਕੇ ਰੱਸੀ ਨਾਲ ਬੰਨੀ ਹੋਈ ਆ ਤੇ ਖੜੇ ਹੋ ਕੇ ਸਿਮਰਨ ਕਰੀ ਜਾ ਰਹੀ ਆ। ਤਾਂ ਉਸ ਰਾਜੇ ਨੇ ਉਸ ਰਾਣੀ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਰਾਣੀ, ਚੱਲ ਆਪਣੇ ਮਹਿਲਾਂ ਦੇ ਵਿੱਚ, ਤੇਰੀ ਮੈਂ ਰੱਸੀ ਖੋਲ ਦੇਣਾ। ਤਾਂ ਉਸ ਰਾਜਾ ਜਦੋਂ ਰੱਸੀ ਖੋਲਣ ਲੱਗਾ ਤਾਂ ਫਿਰ ਰਾਣੀ ਨੇ ਮਨਾ ਕੀਤਾ ਕਿ ਰਾਜਾ ਜੀ, ਤੁਸੀਂ ਮੇਰੀ ਰੱਸੀ ਨਾ ਖੋਲੋ, ਮੇਰੇ ਗੁਰੂ ਦਾ ਹੁਕਮ ਆ, ਮੇਰਾ ਗੁਰੂ ਨੇ ਮੈਨੂੰ ਇੱਥੇ ਬੰਨਿਆ। ਮੇਰੇ ਗੁਰੂ ਨੇ ਕਿਹਾ ਕਿ ਇੱਕ ਹਫ਼ਤੇ ਬਾਅਦ ਤੈਨੂੰ ਉਸ ਪਰਮਾਤਮਾ ਦੇ ਦਰਸ਼ਨ ਹੋਣਗੇ, ਤੇ ਇੱਕ ਹਫ਼ਤੇ ਬਾਅਦ ਮੈਂ ਆ ਕੇ ਰੱਸੀ ਖੋਲੂੰਗਾ, ਤੇ ਇਸ ਕਰਕੇ ਮੈਂ ਆਪਣੇ ਗੁਰੂ ਦੇ ਬਚਨਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੀ, ਤੇ ਤੁਸੀਂ, ਮੇਰੀ ਹੱਥ ਜੋੜ ਕੇ ਬੇਨਤੀ ਆ, ਤੁਸੀਂ ਵਾਪਸ ਚਲੇ ਜਾਓ। ਰਾਜੇ ਨੇ ਬੜਾ ਸਮਝਾਇਆ ਰਾਣੀ ਨੂੰ, ਪਰ ਰਾਣੀ ਨਹੀਂ ਮੰਨੀ। ਹਾਰ ਕੇ ਰਾਜੇ ਨੂੰ ਵਾਪਸ ਆਉਣਾ ਪਿਆ ਆਪਣੇ ਮਹਿਲਾਂ ਨੂੰ, ਤੇ ਰਾਣੀ ਆਪਣਾ ਸਿਮਰਨ ਕਰਨ ਲੱਗ ਪਈ। ਜਦੋਂ ਇੱਕ ਦਿਨ, 2 ਦਿਨ, 3 ਦਿਨ, 3 ਰਾਤਾਂ ਬੀਤ ਗਈਆਂ, ਸਿਮਰਨ ਕਰੀ ਜਾ ਰਹੀ ਰਾਣੀ, ਤੇ ਉਸ ਨਾਰਦ ਮੁਨੀ ਨੇ ਉਸ ਰਾਣੀ ਦੀ ਆਵਾਜ਼ ਸੁਣੀ, ਪੁਕਾਰ ਸੁਣੀ ਉਹਦੀ, ਤੇ ਨਾਰਦ ਮੁਨੀ ਜੀ ਉੱਥੇ ਪਹੁੰਚੇ। ਜਦੋਂ ਨਾਰਦ ਮੁਨੀ ਜੀ ਰਾਣੀ ਕੋਲ ਪਹੁੰਚੇ ਤਾਂ ਨਾਰਦ ਮੁਨੀ ਨੇ ਕਿਹਾ ਕਿ ਬੇਟੀ, ਤੂੰ ਸਿਮਰਨ ਕਰਦੀ ਪਈ ਆ, ਤੂੰ ਬੈਠ ਕੇ ਸਿਮਰਨ ਕਰ ਲਾ, ਤੈਨੂੰ ਇੱਥੇ ਕਿਹਨੇ ਬੰਨਿਆ ਹੈਗਾ? ਤੂੰ ਖੜੇ ਹੋ ਕੇ ਸਿਮਰਨ ਕਿਉਂ ਕਰਦੀ ਪਈ ਆ? ਤੇ ਉਸ ਰਾਣੀ ਨੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਆ, ਮੇਰੇ ਗੁਰੂ ਨੇ ਕਿਹਾ ਸੀ ਕਿ ਤੈਨੂੰ ਇੱਕ ਹਫ਼ਤੇ ਬਾਅਦ ਪਰਮਾਤਮਾ ਦੇ ਦਰਸ਼ਨ ਹੋਣਗੇ, ਤੇ ਇੱਕ ਹਫ਼ਤੇ ਬਾਅਦ ਮੈਂ ਆ ਕੇ ਖੋਲੂੰਗਾ। ਜੇ ਕੋਈ ਖੋਲਣ ਆਵੇ, ਤੂੰ ਇਹ ਰੱਸੀ ਕਿਸੇ ਨੂੰ ਖੋਲਣ ਨਹੀਂ ਦੇਣੀ। ਤਾਂ ਨਾਰਦ ਮੁਨੀ ਨੇ ਕਿਹਾ ਕਿ ਬੇਟੀ, ਪਰਮਾਤਮਾ ਤੇ ਤੋਂ ਖੁਸ਼ ਹੈਗਾ, ਤੇਰੀ ਪੁਕਾਰ ਉਹਨੇ ਸੁਣ ਲਈ ਹੈਗੀ ਆ,
ਕਿਰਪਾ ਕਰਕੇ ਤੂੰ ਮੈਨੂੰ ਇਹ ਰੱਸੀ ਖੋਲਣ ਦੇ। ਪਰ ਉਹ ਰਾਣੀ ਨੇ ਨਾਰਦ ਮੁਨੀ ਦੀ ਗੱਲ ਨਹੀਂ ਮੰਨੀ ਤੇ ਨਾਰਦ ਮੁਨੀ ਜੀ ਨੂੰ ਕਹਿਣ ਲੱਗੀ ਕਿ ਮਹਾਰਾਜ ਤੁਸੀਂ ਚਲੇ ਜਾਓ, ਮੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਆ, ਗੁਰੂ ਤੇ ਭਰੋਸਾ ਆ। ਮੇਰੇ ਗੁਰੂ ਨੇ ਇੱਕ ਹਫ਼ਤੇ ਬਾਅਦ ਆਉਣਾ, ਉਹਨੇ ਖੋਲ੍ਹਣੀ ਆ ਤੇ ਮੈਂ ਗੁਰੂ ਦੇ ਬਚਨਾਂ ਨੂੰ ਉਲੰਘਣਾ ਨਹੀਂ ਕਰਨਾ ਚਾਹੁੰਦੀ। ਤੇ ਰਾਣੀ ਆਪਣਾ ਅੱਖਾਂ ਬੰਦ ਕਰਕੇ ਫਿਰ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਤਾਂ ਨਾਰਦ ਮੁਨੀ ਜੀ ਵਾਪਸ ਚਲੇ ਗਏ ਤਾਂ ਉਹਨਾਂ ਨੇ ਵਿਸ਼ਨੂੰ ਭਗਵਾਨ ਨੂੰ ਜਾ ਕੇ ਕਿਹਾ, ਨਾਰਾਇਣ ਜੀ ਨੂੰ ਕਿਹਾ, ਹਰੀ ਨੂੰ ਕਿਹਾ ਕਿ ਪ੍ਰਭੂ ਆਪ ਜੀ ਦੇ ਇੱਕ ਭਗਤ ਨੇ ਦਰਖਤ ਨਾਲ ਬੰਨੀ ਹੋਈ ਹੈ ਰੱਸੀ ਨਾਲ ਤੇ ਖੜੇ ਹੋ ਕੇ ਆਪ ਦਾ ਸਿਮਰਨ ਕਰਦੀ ਪਈ ਆ, ਤੇ ਤੁਸੀਂ ਕਿਰਪਾ ਉਹਨੂੰ ਦਰਸ਼ਨ ਦਿਓ ਕਿ ਉਹ ਇੰਨਾ ਆਪਣੇ ਸਰੀਰ ਨੂੰ ਕਸ਼ਟ ਨਾ ਦੇਵੇ, ਤੇ ਤੁਸੀਂ ਕਿਰਪਾ ਕਰੋ ਉਹਨੂੰ ਦਰਸ਼ਨ ਦਿਓ ਜਾ ਕੇ। ਤਾਂ ਵਿਸ਼ਨੂੰ ਭਗਵਾਨ ਜੀ ਜੰਗਲ ਦੇ ਵਿੱਚ ਉਸ ਬੇਟੀ ਕੋਲ ਪਹੁੰਚੇ, ਉਸ ਰਾਣੀ ਦੇ ਕੋਲ ਪਹੁੰਚੇ ਤਾਂ ਰਾਣੀ ਨੂੰ ਕਿਹਾ ਕਿ ਬੇਟੀ ਅੱਖਾਂ ਖੋਲ, ਮੈਂ ਤੇਰੇ ਭਗਤੀ ਤੋਂ ਖੁਸ਼ ਹਾਂ, ਤੇਰੇ ਸਿਮਰਨ ਤੋਂ ਖੁਸ਼ ਹਾਂ, ਤੂੰ ਮੰਗ ਜੋ ਮੰਗਣਾ ਮੈਂ ਤੈਨੂੰ ਦੇਣ ਲਈ ਤਿਆਰ ਹਾਂ। ਤੇ ਰਾਣੀ ਨੇ ਜਦੋਂ ਅੱਖਾਂ ਖੋਲੀਆਂ ਤੇ ਪ੍ਰਭੂ ਨੂੰ ਸਾਹਮਣੇ ਪਾਇਆ ਕਿ ਭਗਵਾਨ ਜੀ ਮੈਨੂੰ ਦਰਸ਼ਨ ਦੇਣ ਆ ਗਏ। ਤੇ ਜਦੋਂ ਵਿਸ਼ਨੂੰ ਭਗਵਾਨ ਜੀ ਰੱਸੀ ਖੋਲਣ ਲੱਗੇ ਤਾਂ ਰਾਣੀ ਨੇ ਮਨਾ ਕਰ ਦਿੱਤਾ, ਕਹਿੰਦੇ ਪ੍ਰਭੂ ਤੁਸੀਂ ਮੇਰੀ ਇਹ ਰੱਸੀ ਨਾ ਖੋਲੋ, ਮੈਂ ਆਪਣੇ ਗੁਰੂ ਦੇ ਬਚਨਾਂ ਨੂੰ ਨਹੀਂ ਮੋੜ ਸਕਦੀ। ਮੇਰੇ ਗੁਰੂ ਨੇ ਹੁਕਮ ਦਿੱਤਾ ਸੀ ਕਿ ਇੱਕ ਹਫ਼ਤੇ ਬਾਅਦ ਆ ਕੇ ਮੈਂ ਤੈਨੂੰ ਇਹ ਖੋਲਾਂਗਾ, ਜੇ ਕੋਈ ਵੀ ਆ ਕੇ ਖੋਲਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਤੂੰ ਇਹ ਰੱਸੀ ਖੋਲਣ ਨਹੀਂ ਦੇਣੀ ਹੈਗੀ, ਤੇ ਤੂੰ ਸਿਮਰਨ ਕਰਦੀ ਰਹਿ ਤੇ ਤੈਨੂੰ ਇੱਕ ਹਫ਼ਤੇ ਬਾਅਦ ਪਰਮਾਤਮਾ ਦੇ ਉਸ ਵਾਹਿਗੁਰੂ ਦੇ ਉਸ ਅੱਲਾ ਦੇ ਦਰਸ਼ਨ ਹੋਣਗੇ। ਤਾਂ ਵਿਸ਼ਨੂੰ ਭਗਵਾਨ ਜੀ ਕਹਿੰਦੇ ਬੇਟੀ ਮੈਂ ਤੇਰੇ ਸਾਹਮਣੇ ਖੜਾ ਆ ਤੇ ਤੂੰ ਖੁਸ਼ ਹਾਂ, ਤੂੰ ਕਿਰਪਾ ਕਰਕੇ ਮੈਨੂੰ ਇਹ ਰੱਸੀ ਖੋਲਣ ਦੇ, ਤੇਰੇ ਗੁਰੂ ਨੂੰ ਮੈਂ ਬੁਲਾ ਦਾਂਗਾ। ਪਰ ਉਹ ਰਾਣੀ ਨੇ ਭਗਵਾਨ ਜੀ ਦੀ ਗੱਲ ਨਹੀਂ ਮੰਨੀ ਤੇ ਉਹਨਾਂ ਨੂੰ ਕਿਹਾ ਕਿ ਮਹਾਰਾਜ ਪ੍ਰਭੂ ਮੇਰੇ ਗੁਰੂਦੇਵ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਇੱਕ ਹਫ਼ਤੇ ਬਾਅਦ ਉਸ ਪਰਮਾਤਮਾ ਦੇ ਉਸ ਵਾਹਿਗੁਰੂ ਦਰਸ਼ਨ ਹੋਣੇ ਆ, ਤੇ ਮੇਰੇ ਗੁਰੂ ਦੀ ਕਿਰਪਾ ਆ, ਉਹਦੀ ਬਖਸ਼ਿਸ਼ ਆ ਕਿ ਮੈਨੂੰ 3 ਦਿਨਾਂ ਦੇ ਵਿੱਚ ਤੁਹਾਡੇ ਦਰਸ਼ਨ ਹੋ ਗਏ। ਹਜੇ ਤਾਂ 4 ਦਿਨ ਪਏ ਆ। ਮੇਰੇ ਗੁਰੂ ਦੀ ਕਿੰਨੀ ਕਿਰਪਾ ਆ, ਕਿੰਨੀ ਬਖਸ਼ਿਸ਼ ਆ ਕਿ ਉਹਨਾਂ ਦੀ ਕਿਰਪਾ ਨਾਲ ਮੈਨੂੰ ਇੱਕ ਹਫ਼ਤਾ ਕਿਹਾ ਸੀ, ਮੈਨੂੰ ਤੀਜੇ ਦਿਨ ਹੀ ਤੁਹਾਡੇ ਦਰਸ਼ਨ ਹੋ ਗਏ। ਤੇ ਮੈਂ ਕਿਸ ਤਰ੍ਹਾਂ ਆਪਣੇ ਗੁਰੂ ਦੇ ਬਚਨ ਮੋੜ ਸਕਦੀ ਹਾਂ, ਕਿਸ ਤਰ੍ਹਾਂ ਆਪਣੇ ਗੁਰੂ ਦੇ ਬਚਨਾਂ ਦੀ ਉਲੰਘਣਾ ਕਰ ਸਕਦੀ ਹਾਂ। ਤੇ ਇਸ ਲਈ ਮੇਰੀ ਆਪਦੇ ਚਰਨਾਂ 'ਚ ਬੇਨਤੀ ਆ ਕਿ ਤੁਸੀਂ ਚਲੇ ਜਾਓ, ਇੱਕ ਹਫ਼ਤੇ ਬਾਅਦ ਮੇਰੇ ਗੁਰੂ ਨੇ ਆਉਣਾ ਆ ਤੇ ਉਹ ਮੈਨੂੰ ਖੋਲੋਗੇ। ਤਾਂ ਵਿਸ਼ਨੂੰ ਭਗਵਾਨ ਨੇ ਨਾਰਦ ਜੀ ਨੂੰ ਕਿਹਾ ਕਿ ਇਹਦਾ ਗੁਰੂ ਲੱਭੋ ਕੌਣ ਆ। ਤਾਂ ਨਾਰਦ ਜੀ ਨੇ ਕਿਹਾ ਕਿ ਮਹਾਰਾਜ ਇਹਦਾ ਜਿਹੜਾ ਗੁਰੂ ਬਣਿਆ ਉਹ ਚੋਰ ਸੀ, ਉਹ ਚੋਰੀਆਂ ਕਰਦਾ ਆ, ਤੇ ਉਸਨੇ ਸਾਧੂ ਦਾ ਭੇਸ ਬਣਾ ਕੇ ਉਹ ਰੇਕੀ ਕਰਨ ਆਇਆ ਸੀ। ਤੇ ਰਾਣੀ ਨੇ ਉਹ ਸਾਧੂ ਨੂੰ ਦੇਖਿਆ ਤੇ ਉਹਦੇ ਕੱਪੜਿਆਂ ਤੇ ਵਸਤਰਾਂ ਤੇ ਮੋਹਿਤ ਹੋ ਗਈ ਤੇ ਉਹਦੇ ਕੋਲ ਨਾਮ ਸ਼ਬਦ ਲਿੱਤਾ, ਉਹਨੂੰ ਗੁਰੂ ਬਣਾਇਆ ਤੇ ਭਗਤੀ ਕਰਨ ਲੱਗ ਪਈ, ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਇਸਨੇ। ਉਹ ਤਾਂ ਚੋਰ ਹੈ ਇਹਦਾ ਗੁਰੂ। ਤਾਂ ਵਿਸ਼ਨੂੰ ਭਗਵਾਨ ਨੇ ਉਸ ਬੇਟੀ ਨੂੰ ਕਿਹਾ, ਰਾਣੀ ਨੂੰ ਕਿਹਾ ਕਿ ਬੇਟੀ ਤੇਰਾ ਗੁਰੂ ਤਾਂ ਚੋਰ ਆ ਤੇ ਉਹ ਤਾਂ ਲੁਟੇਰਾ ਆ, ਤੇ ਤੂੰ ਉਸ ਨੂੰ ਗੁਰੂ ਬਣਾ ਲਿਆ ਉਸ ਨੂੰ। ਕਹਿੰਦੀ ਨਹੀਂ ਮਹਾਰਾਜ ਮੈਂ ਤੁਹਾਡੀ ਗੱਲਾਂ ਤੇ ਵਿਸ਼ਵਾਸ ਨਹੀਂ ਕਰ ਸਕਦੀ, ਮੈਨੂੰ ਆਪਣੇ ਗੁਰੂ ਤੇ ਪੂਰਾ ਵਿਸ਼ਵਾਸ ਆ, ਪੂਰਾ ਭਰੋਸਾ ਆ। ਕਹਿੰਦੇ ਬੇਟੀ ਨਹੀਂ ਉਹ ਚੋਰ ਆ, ਉਹਦਾ ਕੰਮ ਚੋਰੀਆਂ ਕਰਨਾ। ਉਹ ਸਾਧੂ ਭੇਸ ਬਣਾ ਕੇ ਤੇਰੇ ਮਹਿਲਾਂ ਵਿੱਚ ਉਸਨੇ ਚੋਰੀ ਕਰਨੀ ਸੀ, ਤੇਰੀ ਨਗਰੀ ਵਿੱਚ ਉਸਨੇ ਚੋਰੀ ਕਰਨੀ ਸੀ ਤੇ ਉਹ ਲੁੱਟਣ ਲਈ ਆਇਆ ਸੀ। ਉਹ ਰਾਣੀ ਨੇ ਵਿਸ਼ਨੂੰ ਭਗਵਾਨ ਦੀ ਇੱਕ ਵੀ ਗੱਲ ਨਹੀਂ ਸੁਣੀ। ਕਹਿੰਦੀ ਮਹਾਰਾਜ
ਮੈਂ ਆਪਣੇ ਗੁਰੂ ਦੇ ਬਚਨਾਂ ਦੇ ਉਲੰਘਣਾ ਨਹੀਂ ਕਰ ਸਕਦੀ। ਦੇਖੋ ਮੇਰੇ ਗੁਰੂ ਦੀ ਕਿੰਨੀ ਕਿਰਪਾ ਆ, ਮੇਰੇ ਗੁਰੂ ਦੀ ਕਿੰਨੀ ਬਖਸ਼ਿਸ਼ ਆ। ਮੈਨੂੰ ਮੇਰੇ ਗੁਰੂ ਨੇ ਕਿਹਾ ਸੀ 1 ਹਫ਼ਤੇ ਬਾਅਦ ਤੈਨੂੰ ਪ੍ਰਮਾਤਮਾ ਦੇ ਦਰਸ਼ਨ ਹੋਣਗੇ, ਭਗਵਾਨ ਜੀ ਤੈਨੂੰ ਦਰਸ਼ਨ ਦੇਣ ਆਣਗੇ। ਪਰ ਗੁਰੂ ਦੀ ਦੇਖੋ ਮੇਰੀ ਕਿੰਨੀ ਕਿਰਪਾ ਆ ਕਿ ਤੁਸੀਂ 3 ਦਿਨਾਂ ਬਾਅਦ ਹੀ ਮੈਨੂੰ ਦਰਸ਼ਨ ਦੇਣ ਆ ਗਏ। ਤੇ ਮੈਂ ਕਿਸ ਤਰ੍ਹਾਂ ਆਪਣੇ ਗੁਰੂ ਨੂੰ ਚੋਰ ਮਨਾ। ਤੇ ਉਹ ਭਗਵਾਨ ਜੀ ਉਸ ਰਾਣੀ ਦਾ ਇੰਨਾ ਵਿਸ਼ਵਾਸ ਦੇਖ ਕੇ, ਇੰਨਾ ਭਰੋਸਾ ਦੇਖ ਕੇ, ਤਾਂ ਉਹਨਾਂ ਨੇ ਨਾਰਦ ਜੀ ਨੂੰ ਕਿਹਾ ਕਿ ਇਹਦਾ ਨਾਲ ਗੁਰੂ ਲੱਭ ਕੇ ਲੈ ਕੇ ਆਓ ਤੇ ਤਾਂ ਕਿ ਇਹਨੂੰ ਰੱਸੀ ਨਾਲ ਖੋਲ੍ਹਿਆ ਜਾਵੇ। ਤਾਂ ਫਿਰ ਨਾਰਦ ਮੁਨੀ ਜਾ ਕੇ ਉਸ ਸਾਧੂ ਨੂੰ, ਉਸ ਚੋਰ ਨੂੰ ਲੱਭ ਕੇ ਲੈ ਕੇ ਆਏ ਤੇ ਰਾਣੀ ਨੂੰ ਰੱਸੀ ਨਾਲ ਖੋਲ੍ਹਿਆ। ਸੋ ਇਸੇ ਤਰ੍ਹਾਂ ਸਾਨੂੰ ਆਪਣੇ ਗੁਰੂ ਤੇ ਭਰੋਸਾ, ਪੂਰਾ ਵਿਸ਼ਵਾਸ ਹੋਣਾ ਚਾਹੀਦਾ। ਗੁਰੂ ਚਾਹੇ ਚੰਗਾ ਹੈ ਚਾਹੇ ਮਾੜਾ ਹੈ, ਇਹ ਬਾਅਦ ਦੀ ਗੱਲਾਂ ਹੈ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਜਿਸ ਤਰ੍ਹਾਂ ਰਾਣੀ ਨੂੰ ਆਪਣੇ ਗੁਰੂ ਤੇ, ਉਸ ਸਾਧੂ ਤੇ, ਚਾਹੇ ਉਹ ਚੋਰ ਸੀ ਪਰ ਉਹਦੇ ਭਰੋਸਾ ਸੀ, ਉਸ ਨੂੰ ਵਿਸ਼ਵਾਸ ਸੀ, ਉਹਦੇ ਮਨ ਦੇ ਵਿੱਚ, ਦਿਲ ਦੇ ਵਿੱਚ ਪਰਮਾਤਮਾ ਨੂੰ ਪਾਉਣ ਦੀ ਤੜਫ ਸੀ, ਭਗਤੀ ਕਰਨ ਦੀ ਇੱਛਾ ਸੀ, ਉਸ ਨੂੰ ਬੰਦਗੀ ਕਰਨ ਦਾ ਸ਼ੌਂਕ ਸੀ। ਤੇ ਉਸਨੇ ਇਹ ਨਹੀਂ ਦੇਖਿਆ ਕਿ ਇਹ ਚੋਰ ਆ, ਉਹਨੇ ਸਾਧੂ ਭੇਸ ਦੇ ਵਿੱਚ ਉਸ ਚੋਰ ਨੂੰ ਆਪਣਾ ਗੁਰੂ ਬਣਾਇਆ ਤੇ ਉੱਤੇ ਬਚਨਾਂ ਤੇ ਵਿਸ਼ਵਾਸ ਕੀਤਾ ਤੇ ਵਿਸ਼ਵਾਸ ਦੀ ਜਿੱਤ ਹੋ ਗਈ। ਤੇ ਭਗਵਾਨ ਨੇ 1 ਹਫ਼ਤੇ ਬਾਅਦ ਦਰਸ਼ਨ ਦੇਣੇ ਸੀ ਗੁਰੂ ਦੇ ਕਹਿਣ ਅਨੁਸਾਰ। ਪਰ ਉਹਦੀ ਭਗਤੀ ਦੇਖ ਕੇ, ਉਹਦੇ ਸਿਮਰਨ ਦੀ ਸ਼ਕਤੀ ਦੇਖ ਕੇ, ਉਹਦਾ ਸਿਮਰਨ ਦੇਖ ਕੇ, ਉਹਦਾ ਅਭਿਆਸ ਦੇਖ ਕੇ ਖੁਦ ਭਗਵਾਨ ਨੂੰ ਦਰਸ਼ਨ ਦੇਣ ਲਈ ਤੀਸਰੇ ਦਿਨ ਆਉਣਾ ਪਿਆ। ਸੋ ਇਸੇ ਤਰ੍ਹਾਂ ਸਾਨੂੰ ਆਪਣੇ ਗੁਰੂ ਤੇ, ਮੁਰਸ਼ਿਦ ਤੇ ਪੂਰਾ ਵਿਸ਼ਵਾਸ, ਭਰੋਸਾ ਹੋਣਾ ਚਾਹੀਦਾ। ਗੁਰੂ ਗਲਤ ਕਰਦਾ, ਜੋ ਕਰਦਾ ਉਹਦੇ ਆਪ ਦੇ ਕਰਮ। ਤੁਸੀਂ ਆਪ ਉਹਦਾ ਨਿਰਾਦਰ ਨਹੀਂ ਕਰਨਾ, ਉਹਦੀ ਨਿੰਦਿਆ ਨਹੀਂ ਕਰਨੀ। ਇਹ ਸਮੇਂ ਦੀ ਖੇਡ ਹੁੰਦੀ, ਸਮੇਂ ਦੀ ਚਾਲ ਹੁੰਦੀ ਆ ਕਿ ਪ੍ਰਭੂ ਨੇ ਪਤਾ ਨਹੀਂ ਕਿਹੜੀ ਲੀਲਾ ਰਚਨੀ ਆ, ਇਹ ਖੇਡ ਉਹੀ ਜਾਣਦੇ ਆ। ਤੇ ਇਸ ਕਰਕੇ ਤੁਸੀਂ ਕਦੇ ਵੀ ਕਿਸੇ ਵੀ ਗੁਰੂ ਦੀ, ਕਿਸੇ ਮੁਰਸ਼ਿਦ ਦੀ ਨਿੰਦਿਆ ਨਹੀਂ ਕਰਨੀ। ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਤੁਸੀਂ ਆਪਣੀ ਰੋਜ਼ ਬੰਦਗੀ ਕਰਦੇ ਰਹੋ, ਰੋਜ਼ ਆਪਣਾ ਸਿਮਰਨ ਦਾ ਅਭਿਆਸ ਕਰਦੇ ਰਹੋ। ਤੁਹਾਡੀ ਭਗਤੀ ਵਿੱਚ ਇਹ ਸ਼ਕਤੀ ਹੋਣੀ ਚਾਹੀਦੀ ਆ ਕਿ ਉਸ ਭਗਵਾਨ ਨੂੰ, ਉਸ ਪਰਮਾਤਮਾ ਨੂੰ ਦਰਸ਼ਨ ਦੇਣ ਲਈ ਮਜਬੂਰ ਹੋਣਾ ਪਵੇ। ਤੁਹਾਨੂੰ ਦਰਸ਼ਨ ਦੇਵੇ ਆ ਕੇ, ਤੁਹਾਨੂੰ ਇੰਨਾ ਭਰੋਸਾ, ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ। ਕਿਉਂਕਿ ਵਿਸ਼ਵਾਸ ਦਾ ਹੀ ਇਹ ਮਾਰਗ ਆ, ਇਹ ਰਸਤਾ ਆ। ਜਦ ਤੱਕ ਤੁਹਾਨੂੰ ਪੂਰਾ ਭਰੋਸਾ ਨਹੀਂ, ਜਦ ਤੱਕ ਤੁਹਾਨੂੰ ਵਿਸ਼ਵਾਸ ਨਹੀਂ, ਤੁਸੀਂ ਅਧਿਆਤਮਿਕ ਸਫ਼ਰ ਤੇ, ਇਸ ਰੂਹਾਨੀ ਸਫ਼ਰ ਤੇ ਕਦੇ ਵੀ ਤੁਸੀਂ ਸਫਲ ਨਹੀਂ ਹੋ ਸਕਦੇ। ਕਈ ਲੋਕਾਂ ਸੁਣਦੇ ਆ ਕਿ ਅਸੀਂ ਗੁਰੂ ਕੋਲ ਗਏ, ਨਾਮ ਸ਼ਬਦ ਲਿੱਤਾ ਆ, ਸਾਡੀ ਗੱਲ ਨਹੀਂ ਬਣੀ, ਸਾਡੇ ਆਹ ਦੁੱਖ ਦਰਦ ਨਹੀਂ ਹੋਏ ਦੂਰ, ਸਾਨੂੰ ਕਸ਼ਟ ਹੀ ਕਸ਼ਟ ਹੋਈ ਆ ਰਿਹਾ। ਦੇਖੋ ਜਿਹੜੇ ਦੁੱਖ ਦਰਦ ਨੇ, ਦੁੱਖ ਸੁੱਖ ਨੇ, ਇਹ ਸਰੀਰ ਦੇ ਜ਼ਰੂਰੀ ਅੰਗ ਨੇ। ਇਹ ਜਾਇਜ਼ ਅਸੀਂ ਕਰਮ ਕੀਤੇ ਆ, ਸਾਨੂੰ ਉਹਦਾ ਭੁਗਤਾਨ ਕਰਨਾ ਪਵੇਗਾ। ਇਹ ਤੋਂ ਕੋਈ ਬਚ ਨਹੀਂ ਸਕਦਾ। ਤੁਸੀਂ ਗਰੀਬ ਹੋ, ਇਹ ਵੀ ਤੁਹਾਡੇ ਕਰਮ ਆ। ਤੁਸੀਂ ਅਮੀਰ ਹੋ, ਇਹ ਵੀ ਤੁਹਾਡੇ ਕਰਮ ਆ। ਠੀਕ ਹੈ ਨਾ। ਤੁਸੀਂ ਦੁਖੀ ਹੋ, ਇਹ ਵੀ ਤੁਹਾਡੇ ਕਰਮ ਆ। ਤੁਸੀਂ ਸੁਖੀ ਹੋ, ਇਹ ਵੀ ਤੁਹਾਡੇ ਕਰਮ ਆ। ਇਸ 'ਚ ਵੀ ਗੁਰੂ ਦੇ ਵਿੱਚ ਪਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜੈਸੇ ਤੁਸੀਂ ਕਰਮ ਕਰੋਗੇ ਤੁਹਾਨੂੰ ਉਹ ਜਿਹਾ ਫਲ ਮਿਲੇਗਾ। ਪਰ ਹਾਂ, ਜਦੋਂ ਅਸੀਂ ਗੁਰੂ ਕੋਲ ਨਾਮ ਸ਼ਬਦ ਲੈਂਦੇ ਆ, ਗੁਰੂ ਦਾ ਕਹਿਣਾ ਮੰਨ ਕੇ ਅਸੀਂ ਜਦੋਂ ਬੰਦਗੀ ਕਰਦੇ ਆ, ਭਗਤੀ ਕਰਦੇ ਆ, ਤਾਂ ਸਿਮਰਨ ਦੇ ਵਿੱਚ, ਭਗਤੀ ਵਿੱਚ ਇਹ ਜੀ ਸ਼ਕਤੀ ਆ, ਉਹ ਵੱਡੇ ਵੱਡੇ ਕਰਮਾਂ ਨੂੰ ਵੀ ਛੋਟੇ ਕਰ ਦਿੰਦਾ ਹੈ, ਸੂਲੀ ਦੇ ਸੂਲ ਬਣਾ ਦਿੰਦਾ ਹੈ। ਠੀਕ ਹੈ ਨਾ। ਵੱਡੇ ਵੱਡੇ ਪਹਾੜਾਂ ਨੂੰ ਵੀ ਛੋਟੀ ਛੋਟੀ ਰੂਈ ਵਾਂਗੂ ਬਣਾ ਦਿੰਦਾ। ਪਰ ਸਾਨੂੰ ਦੁੱਖਾਂ ਤੋਂ, ਜਿਹੜੇ ਕਰਮ ਕੀਤੇ ਉਹਦਾ ਭੁਗਤਾਨ ਕਰਨਾ ਪੈਂਦਾ ਆ। ਜਦੋਂ ਅਸੀਂ ਭਗਤੀ ਕਰਾਂਗੇ, ਸਿਮਰਨ ਕਰਾਂਗੇ, ਸਾਨੂੰ ਦੁੱਖ ਆਉਣਗੇ ਪਰ ਸਾਨੂੰ ਪਤਾ ਨਹੀਂ ਲੱਗਣਾ, ਆਏ ਔਰ ਚਲੇਗੇ। ਇਹ ਜੀ ਨਾਮ ਦੇ ਵਿੱਚ, ਸਿਮਰਨ ਦੇ ਵਿੱਚ ਤਾਕਤ ਆ। ਸਰਵ ਰੋਗਾਂ ਦਾ ਔਖਦ ਨਾਮ, ਸਾਰੀ ਦਵਾਈਆਂ ਦੀ ਦਵਾਈ ਇੱਕੋ ਹੀ ਆ, ਨਾਮ ਆ, ਸਿਮਰਨ ਆ। ਠੀਕ ਹੈ। ਸਭ ਸੁੱਖੋਂ ਦਾ ਦਾਤਾ ਰਾਮ ਹੈ, ਕਿ ਸਾਰੇ ਜਿਹੜੇ ਸੁੱਖਾਂ ਦਾ ਦਾਤਾ ਰਾਮ ਹੈ ਉਹ। ਤੇ ਇਸ ਕਰਕੇ ਤੁਸੀਂ ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ। ਗੁਰੂ ਗਲਤ ਕਰਦਾ, ਗੁਰੂ ਚੰਗਾ ਜਾਂ ਮਾੜਾ, ਇਹ ਪ੍ਰਮਾਤਮਾ ਦੇਖੇਗਾ, ਉਹਨੂੰ ਸਜ਼ਾ ਉਹ ਦੇਵੇਗਾ।
ਤੁਸੀਂ ਮਾੜਾ ਚੰਗਾ ਨਹੀਂ ਬੋਲਣਾ, ਤੁਸੀਂ ਗੁਰੂ ਸ਼ਬਦ ਦੀ ਨਿਰਾਦਰ ਨਹੀਂ ਕਰਨਾ। ठीक है ना। कहे संता की निंदा मत कीजिए, संत नाम है एको। ये जिहड़ा सफ़र आ ये प्रैक्टिकल अनुभव करने वाला सफ़र है, प्रैक्टिकल करने वाला सफ़र है। ਇਹਦੇ ਵਿੱਚ ਗੱਲਾਂ ਦਾ ਕੋਈ ਕੰਮ ਨਹੀਂ। परमात्मा ਦੇ ਨਾਂ ਤੇ ਤੁਸੀਂ ਕਦੇ ਵੀ ਕਿਸੇ ਨਾਲ ਬੈਸਣਾ ਨਹੀਂ ਹੈਗਾ, ਚਾਹੇ ਕੋਈ ਵੀ ਆ। परमात्मा ਦੇ ਨਾਂ ਤੇ ਕਿਸੇ ਨਾਲ ਕੋਈ ਬਹਿਸਬਾਜ਼ੀ ਨਹੀਂ ਕਰਨੀ, ਕਿਉਂਕਿ ਇਹ ਤਰਕ ਦਾ ਵਿਸ਼ਾ ਨਹੀਂ ਹੈਗਾ, ਇਹ ਬਹਿਸ ਕਰਨ ਦਾ ਵਿਸ਼ਾ ਨਹੀਂ ਹੈਗਾ। ਇਹ ਤਾਂ ਪ੍ਰੈਕਟੀਕਲ ਅਨੁਭਵ ਕਰਨ ਦਾ ਵਿਸ਼ਾ ਆ। ਤੁਸੀਂ ਆਪ ਪ੍ਰੈਕਟੀਕਲ ਕਰੋ, ਆਪ ਅਨੁਭਵ ਕਰੋ, ਇਹ ਸਰੀਰ ਦੀ ਖੋਜ ਕਰੋ। ਜਦੋਂ ਇੱਥੇ ਪਹੁੰਚੋਗੇ ਤੁਹਾਨੂੰ ਸੱਚ ਦੀ ਪਹਿਚਾਣ ਹੋਵੇਗੀ। ਤੁਹਾਡੇ ਸਵਾਲ ਤਦ ਤੱਕ ਨੇ ਜਦ ਤੱਕ ਤੁਸੀਂ ਬਾਹਰ ਦੇ ਕਰਮ ਕਰਦੇ ਪਏ ਹੋ, ਬਾਹਰ ਦੇ ਪੜ੍ਹਾਈਆਂ ਕਰਦੇ ਪਏ ਹੋ, ਬਾਹਰ ਦੇ ਪਾਠ ਪੂਜਾ ਕਰਦੇ ਪਏ ਹੋ, ਉਦੋਂ ਤੱਕ ਤੁਹਾਡੇ ਅੰਦਰ ਸਵਾਲ ਪੈਦਾ ਹੋ ਹੀ ਜਾਣੇ ਆ। ਜਦੋਂ ਤੁਸੀਂ ਅੰਦਰ ਆਵੋਗੇ, ਉਸ ਪ੍ਰਮਾਤਮਾ ਦੀ ਖੋਜ ਕਰੋਗੇ, ਸ਼ਬਦ ਦਾ ਅਭਿਆਸ ਕਰੋਗੇ, ਰੋਜ਼ ਸਿਮਰਨ ਕਰੋਗੇ, ਅੰਦਰ ਆਪਣੀ ਅੱਖਾਂ ਨਾਲ ਆਪ ਦੇਖੋਗੇ, ਤਾਂ ਹੀ ਤੁਸੀਂ ਸੱਚ ਦਾ ਤੁਹਾਨੂੰ ਅਨੁਭਵ ਹੋਵੇਗਾ। ਉਹ ਤੁਹਾਡੇ ਸਵਾਲ ਸਾਰੇ ਖਤਮ ਹੋਣਗੇ। ਕਿਤਾਬੀ ਗਿਆਨ ਤੁਹਾਨੂੰ ਸਵਾਲ ਪੈਦਾ ਕਰੇਗਾ, ਜਿਹੜਾ ਪ੍ਰੈਕਟੀਕਲ ਆ, ਅਨੁਭਵ ਆ, ਇਹ ਤੁਹਾਡੇ ਸਵਾਲ ਖਤਮ ਕਰੇਗਾ। ਠੀਕ ਹੈ ਨਾ। ਇਹ ਸਰੀਰ परमात्मा ਦਾ ਘਰ ਹੈ, ਇਹਦੇ ਅੰਦਰ ਹੀ परमात्मा ਬੈਠਾ। ਇਹਨਾਂ ਅੱਖਾਂ ਨਾਲ ਅਸੀਂ ਜੋ ਕੁਝ ਵੀ ਸੰਸਾਰ 'ਚ ਦੇਖਦੇ ਆ, ਇਹ ਸਾਰਾ ਕੁਝ ਨਾਸ਼ ਹੋਣ ਵਾਲਾ ਆ, ਖਤਮ ਹੋਣ ਵਾਲਾ ਆ। ਇਹ ਕਿਸੇ ਨੇ ਸਥਿਰ ਨਹੀਂ ਰਹਿਣਾ ਇੱਥੇ। ਜੋ ਵੀ ਇਹਨਾਂ ਅੱਖਾਂ ਨਾਲ ਦੇਖਦੇ ਆ, ਸਾਰਾ ਕੁਝ ਨਾਸ਼ ਹੋਣ ਵਾਲਾ ਆ, ਖਤਮ ਹੋਣ ਵਾਲਾ ਆ। ਠੀਕ ਹੈ। ਇਹ ਸਾਡਾ ਸਰੀਰ ਵੀ ਇਹ ਖਤਮ ਹੋਣ ਵਾਲਾ ਆ। ਤੇ ਇਸ ਕਰਕੇ ਆਪਣੇ ਅੰਦਰ ਉਸ ਪ੍ਰਮਾਤਮਾ ਦੀ, ਉਸ ਭਗਵਾਨ ਦੀ, ਉਸ ਵਾਹਿਗੁਰੂ ਦੀ ਖੋਜ ਕਰੋ, ਸਿਮਰਨ ਦਾ ਅਭਿਆਸ ਕਰੋ, ਸ਼ਬਦ ਦਾ ਅਭਿਆਸ ਕਰੋ। ਸ਼ਬਦ ਗੁਰੂ ਆ, ਸ਼ਬਦ ਗੁਰੂ ਆ, ਪਰ ਸ਼ਬਦ ਕਿਹਨੇ ਦੇਣਾ? ਗੁਰੂ ਨੇ ਦੇਣਾ। ਕਿਉਂ? ਗੁਰੂ ਨੇ ਅਭਿਆਸ ਕੀਤਾ, ਗੁਰੂ ਨੇ ਬੰਦਗੀ ਕੀਤੀ, ਗੁਰੂ ਨੇ ਭਗਤੀ ਕੀਤੀ ਆ, ਉਹ ਸੱਚ ਦੀ ਖੋਜ ਕੀਤੀ ਆ, ਉਸ ਪ੍ਰਮਾਤਮਾ ਤੱਕ ਪਹੁੰਚੇ ਆ। परमात्मा की बंदगी करते करते वो परमात्मा का रूप हो गया। उन्होंने सफर का पता आ ते उन्होंने को नाम शब्द लवांगे, ਉਹਦੇ ਵਿੱਚ ਸ਼ਬਦ ਦੇ ਵਿੱਚ ਉਸ ਗੁਰੂ ਦੀ ਪਾਵਰ ਹੁੰਦੀ ਹੈ, ਭਗਤੀ ਦੀ ਸ਼ਕਤੀ ਹੁੰਦੀ ਆ। ਤੇ ਜਦੋਂ ਉਹਨਾਂ ਕੋ ਨਾਮ ਸ਼ਬਦ ਲੈਣੇ ਆ, ਅਸੀਂ ਉਹਦਾ ਅਭਿਆਸ ਕਰਦੇ ਆ, ਉਸ ਸ਼ਬਦ ਦਾ ਅਭਿਆਸ ਕਰਦੇ ਆ, ਫਿਰ ਸ਼ਬਦ ਗੁਰੂ ਰੂਪ ਦੇ ਵਿੱਚ ਅੰਤਰ ਵਿੱਚ ਪ੍ਰਗਟ ਹੁੰਦਾ ਆ। ਇਹ ਬਾਹਰ ਦੇ ਸੌਦੇ ਨਹੀਂ ਹੈਗੇ, ਇਹ ਅੰਦਰ ਦੇ ਸੌਦੇ ਆ। ਇਹ ਤਰਕ ਦਾ ਵਿਸ਼ਾ ਨਹੀਂ ਹੈਗਾ, ਇਹ ਬਹਿਸ ਕਰਨ ਦਾ ਵਿਸ਼ਾ ਨਹੀਂ ਹੈਗਾ। ਪ੍ਰੈਕਟੀਕਲ ਆਪ ਅਨੁਭਵ ਕਰੋ। ਤੁਹਾਨੂੰ ਗੁਰੂ ਤੇ ਵਿਸ਼ਵਾਸ ਚਾਹੀਦਾ, ਤੁਹਾਨੂੰ ਗੁਰੂ ਤੇ ਪੂਰਾ ਭਰੋਸਾ ਰੱਖਣਾ ਚਾਹੀਦਾ। ਤੁਸੀਂ ਅਭਿਆਸ ਕਰੋ, ਆਪ ਅੰਤਰ ਦੀ ਯਾਤਰਾ ਤੈਅ ਕਰੋ, ਤੁਹਾਨੂੰ ਸੱਚ ਦੀ ਪਹਿਚਾਣ ਹੋ ਸਕੇ, ਤੁਹਾਡੇ ਸਾਰੇ ਸਵਾਲ ਖਤਮ ਹੋ ਸਕੇ। ਇਸ ਗੁਫਾ ਅੰਦਰ ਜੋਤ ਰੱਖ ਪਵਨ ਬਾਜਾ ਵਜਾਇਆ, ਗੁਰਦੁਆਰੇ ਲਾਏ ਭਾਗਨੀ, 10ਵਾਂ ਗੁਪਤ ਰਖਾਇਆ, ਹਨਾ, 10ਵਾਂ ਗੁਪਤ ਦਿਖਾਇਆ, ਹਨਾ। ਪਰ ਇਹ ਜੋਤ ਜਿਹੜੀ ਅੰਦਰ ਰੱਖੀ ਹੈ, ਇਹਦੇ ਦਰਸ਼ਨ ਤਾਂ ਕਰੋ, ਇੱਥੇ ਤੱਕ ਪਹੁੰਚੋ ਤਾਂ ਸਹੀ। ਉਸ ਪ੍ਰਕਾਸ਼ ਦੇ ਆਪਣੇ ਅੰਤਰ ਦਰਸ਼ਨ ਤਾਂ ਕਰੋ। ਪੜਨ ਤੱਕ ਮਤਲਬ ਨਾ ਰੱਖੋ, ਅੰਦਰ ਆਓ, ਸੱਚ ਦੀ ਪਹਿਚਾਣ ਕਰੋ, ਸੱਚ ਦੀ ਖੋਜ ਕਰੋ। ਜੋ ਮਹਾਂਪੁਰਸ਼ਾਂ ਨੇ ਲਿਖਿਆ, ਗੁਰੂ ਮਹਾਰਾਜ ਨੇ ਲਿਖਿਆ, ਉਹਨਾਂ ਨੇ ਸੱਚ ਲਿਖਿਆ, ਪਰ ਕਦੇ ਆਪ ਪ੍ਰੈਕਟੀਕਲ ਅਨੁਭਵ ਤਾਂ ਕਰੋ, ਉਸ ਨੂੰ ਦੇਖਣ ਦੀ ਕੋਸ਼ਿਸ਼ ਤਾਂ ਕਰੋ। 5 ਸ਼ਬਦ ਧੁਨਕਾਰ ਬਾਜੇ, ਅਨਹਦ ਬਾਜੇ, ਉਹ 5 ਸ਼ਬਦਾਂ ਦੀ ਖੋਜ ਤਾਂ ਕਰੋ। ਉਸ ਅਨਹਦ ਬਾਜੇ ਜਿਹੜੇ ਵੱਜਦੇ ਆ, ਉਹਨੂੰ ਸੁਣੋ ਤਾਂ ਸਹੀ ਅੰਦਰ ਦੇ ਵਿੱਚ। ਇਹ ਬਾਹਰ ਦੇ ਬਾਜਿਆਂ ਦੀ ਗੱਲ ਨਹੀਂ ਕੀਤੀ, ਬਾਹਰ ਦੇ ਸ਼ਬਦਾਂ ਦੀ ਗੱਲ ਨਹੀਂ ਕੀਤੀ, ਅੰਦਰ ਦੀ ਗੱਲ ਕੀਤੀ। ਪ੍ਰਮਾਤਮਾ ਨੇ, ਗੁਰੂਆਂ ਨੇ ਅੰਦਰ ਦੀ ਗੱਲ ਕੀਤੀ। ਅੰਦਰ ਆਓ, ਇੱਥੇ ਅੰਦਰ ਅਭਿਆਸ ਕਰੋ ਰੋਜ਼। ਸੰਤਾਂ ਮਹਾਂਪੁਰਸ਼ਾਂ ਦੀ, ਫਕੀਰਾਂ ਦੀ ਸੰਗਤ ਕਰੋ। ਉਹਨਾਂ ਦੀ ਸੰਗਤ ਕਰੋਗੇ, ਤੁਹਾਡੇ ਆਪ ਦੇ ਵਿੱਚ ਬਦਲਾਅ ਆਵੇਗਾ, ਤੁਹਾਡੀ ਰਹਿਣੀ ਸਹਿਣੀ ਬਹਿਣੀ ਦੇ ਵਿੱਚ ਬਦਲਾਅ ਆਵੇਗਾ। ਉਹਨਾਂ ਦੀ ਸੰਗਤ ਕਰੋ, ਉਹਨਾਂ ਦੇ ਬਚਨ ਸੁਣੋ, ਫਿਰ ਉਹਦਾ ਅਭਿਆਸ ਕਰੋ। ਆਪ
ਸੱਚ ਦੀ ਖੋਜ ਕਰੋ। ਜਦ ਤੱਕ ਤੁਸੀਂ ਆਪ ਪ੍ਰੈਕਟੀਕਲ ਅਨੁਭਵ ਨਹੀਂ ਕਰਦੇ, ਰੋਜ਼ ਸਿਮਰਨ ਨਹੀਂ ਕਰਦੇ, ਰੋਜ਼ ਅਭਿਆਸ ਨਹੀਂ ਕਰਦੇ, ਤਦ ਤੱਕ ਤੁਸੀਂ ਸੱਚ ਦੀ ਪਹਿਚਾਣ ਨਹੀਂ ਕਰ ਸਕਦੇ। ਜਦੋਂ ਤੁਸੀਂ ਸੱਚ ਦੀ ਪਹਿਚਾਣ ਕਰੋਗੇ, ਅੰਦਰ ਖੋਜ ਕਰੋਗੇ, ਪ੍ਰਮਾਤਮਾ ਦੀ ਸਫ਼ਰ ਤੈਅ ਕਰੋਗੇ, ਆਪ ਆਪਣੀ ਅੱਖਾਂ ਨਾਲ ਦੇਖੋਗੇ, ਇਹਨਾਂ ਕੰਨਾਂ ਨਾਲ, ਅੰਦਰ ਦੇ ਕੰਨਾਂ ਦੇ ਅੰਦਰ ਜਿਹੜੀ ਆਵਾਜ਼ ਚੱਲਦੀ ਉਹ ਸੁਣੋਗੇ, ਤਾਂ ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣੇ ਆ। ਅਸੀਂ ਇੱਕ ਦੂਜੇ ਦੀ ਬਹਿਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਦੂਜੇ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਹੀਂ ਕਿ ਮੇਰਾ ਗੁਰੂ ਸੱਚਾ, ਤੁਹਾਡਾ ਝੂਠਾ ਆ, ਮੇਰਾ ਗੁਰੂ ਵੱਡਾ ਹੈ ਜਾਂ ਤੁਹਾਡਾ ਛੋਟਾ ਹੈ। ਇਹ ਛੋਟੇ ਵੱਡੇ ਦਾ ਕੋਈ ਮਸਲਾ ਨਹੀਂ ਹੈਗਾ, ਸਾਰੇ ਇੱਕ ਬਰਾਬਰ ਨੇ। ਜਿੰਨੇ ਵੀ ਗੁਰੂ ਨੇ, ਸੰਤ, ਮਹਾਂਪੁਰਸ਼, ਫਕੀਰ ਨੇ, ਸਾਰੇ ਇੱਕ ਬਰਾਬਰ ਨੇ, ਕੋਈ ਛੋਟਾ ਵੱਡਾ ਨਹੀਂ ਹੈਗਾ। ਇਹ ਪ੍ਰਮਾਤਮਾ ਦੀ ਖੇਡ ਆ। ਸਮੇਂ ਤੇ ਸੰਤ, ਮਹਾਂਪੁਰਸ਼, ਪੀਰ, ਫਕੀਰ, ਗੁਰੂ ਮਹਾਰਾਜ ਇਹ ਆਂਦੇ ਜਾਂਦੇ ਰਹਿਣੇ। ਜਦ ਤੱਕ ਇਹ ਸ੍ਰਿਸ਼ਟੀ ਆ, ਜਦ ਤੱਕ ਇਹ ਸੰਸਾਰ ਰਹਿਣਾ ਆ, ਤਦ ਤੱਕ ਸੰਤ, ਮਹਾਂਪੁਰਸ਼, ਪੀਰ, ਫਕੀਰ, ਗੁਰੂ ਮਹਾਰਾਜ ਆਂਦੇ ਰਹਿਣੇ ਆ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆਂਦੇ ਰਹਿਣੇ ਆ। ਉਹਨਾਂ ਦਾ ਆਉਣ ਦਾ ਇੱਕੋ ਹੀ ਕਾਰਨ ਹੁੰਦਾ, ਸਾਨੂੰ ਜਗਾਉਣ ਦੇ ਵਾਸਤੇ, ਸਾਨੂੰ ਭੁੱਲਿਆਂ ਨੂੰ ਰਸਤੇ ਦਿਖਾਉਣ ਵਾਸਤੇ, ਸਾਨੂੰ ਸੁੱਤਿਆ ਹੋਇਆਂ ਨੂੰ ਜਗਾਉਣ ਵਾਸਤੇ। ਇਹ ਸੰਤ ਮਹਾਂਪੁਰਸ਼ ਆਂਦੇ ਜਾਂਦੇ ਰਹਿਣੇ ਆ। ਆਗ ਲਗੀ ਆਕਾਸ਼ में झरझर बरसे अंगार, संत ना होते जगत में जल मरता संसार। ਇਹ ਸੰਤਾਂ ਮਹਾਂਪੁਰਸ਼ਾਂ ਕਰਕੇ, ਪੀਰਾਂ ਫਕੀਰਾਂ ਕਰਕੇ, ਗੁਰੂਆਂ ਕਰਕੇ ਇਹ ਧਰਤੀ, ਇਹ ਸੰਸਾਰ ਬਚਿਆ ਹੋਇਆ। ਨਹੀਂ ਤਾਂ ਕਦ ਹੀ ਇਹਨੇ ਪਲਟ ਜਾਣਾ ਸੀ। ਅਸੀਂ ਕਿਸੇ ਵੀ ਪੀਰ ਨੂੰ, ਕਿਸੇ ਵੀ ਫਕੀਰ ਨੂੰ, ਕਿਸੇ ਵੀ ਸੰਤ ਮਹਾਂਪੁਰਸ਼ ਨੂੰ, ਕਿਸੇ ਗੁਰੂ ਨੂੰ ਛੋਟਾ ਨਹੀਂ ਕਹਿ ਸਕਦੇ। ਸਾਰੇ ਇੱਕ ਬਰਾਬਰ ਆ। ਇਹ ਸਮੇਂ ਦੀ ਖੇਡ ਆ, ਉਸ ਪ੍ਰਮਾਤਮਾ ਦੀ ਖੇਡ ਆ। ਇਹ ਤਰਕ ਦਾ ਵਿਸ਼ਾ ਨਹੀਂ ਹੈ, ਇਹ ਬਹਿਸ ਕਰਨ ਦਾ ਵਿਸ਼ਾ ਨਹੀਂ ਹੈ, ਇਹ ਪ੍ਰੈਕਟੀਕਲ ਅਨੁਭਵ ਕਰਨ ਦਾ ਵਿਸ਼ਾ ਆ। ਅਸੀਂ ਬਾਜ਼ਾਰੋਂ ਕਿਤਾਬ ਲੈ ਕੇ ਆਨੇ ਆ, ਖਾਣਾ ਬਣਾਉਣ ਦੀ, ਸਬਜ਼ੀ ਬਣਾਉਣ ਦੀ ਕਿਤਾਬ ਲੈ ਕੇ ਆਨੇ ਆਪਾਂ ਪੜ੍ਹੀ ਜਾਵਾਂਗੇ ਤਾਂ ਸਬਜ਼ੀ ਉਹ ਬਣਨ ਵਾਲੀ ਨਹੀਂ ਹੈਗੀ। ਸਾਨੂੰ ਨਾ ਉਹ ਸਬਜ਼ੀ ਦਾ ਸਵਾਦ ਨਹੀਂ ਪਤਾ ਲੱਗਣਾ। ਅਸੀਂ ਉਹ ਪੜ੍ਹ ਕੇ ਉੱਦਾਂ ਨੂਣ ਮਿਰਚ ਪਾਵਾਂਗੇ, ਉੱਦਾਂ ਤਿਆਰ ਕਰਾਂਗੇ ਸਬਜ਼ੀ, ਠੀਕ ਹੈ ਨਾ, ਤਾਂ ਹੀ ਸਾਨੂੰ ਪਤਾ ਲੱਗੂਗਾ ਕਿ ਸਬਜ਼ੀ ਵਧੀਆ ਬਣੀ ਕਿ ਘਟੀਆ ਬਣੀ ਹੈ। ਠੀਕ ਹੈ ਨਾ। ਇਸੇ ਤਰ੍ਹਾਂ ਸਾਨੂੰ ਗੁਰੂਆਂ ਨੇ ਇੰਨਾ ਕੁਝ ਦੇ ਕੇ ਗਏ ਨੇ, ਇੰਨੇ ਵੱਡੇ ਵੱਡੇ ਖਜ਼ਾਨੇ ਦੇ ਕੇ ਗਏ ਨੇ, ਹਨਾ। ਸਾਨੂੰ ਉਹਨਾਂ ਨੂੰ ਪੜ੍ਹ ਕੇ ਆਪਣਾ ਉੱਦਾਂ ਦਾ ਜੀਵਨ ਬਣਾਉਣਾ ਚਾਹੀਦਾ। ਉਹਨਾਂ ਨੂੰ ਪੜ੍ਹ ਕੇ ਉੱਤੇ ਅਮਲ ਕਰਨਾ ਚਾਹੀਦਾ, ਅਮਲ ਕਰਕੇ ਉਹਦਾ ਅਭਿਆਸ ਕਰਨਾ ਚਾਹੀਦਾ। ਕਿਉਂਕਿ ਇਹ ਸਰੀਰ ਹਰੀ ਦਾ ਮੰਦਰ ਹੈ। ਪਰਮਾਤਮਾ ਨੇ, ਗੁਰੂਆਂ ਨੇ, ਸੰਤਾਂ ਮਹਾਂਪੁਰਸ਼ਾਂ ਨੇ ਇਹ ਸਰੀਰ ਨੂੰ ਹਰੀ ਦਾ ਮੰਦਰ ਕਿਹਾ ਆ। ਇਸੇ ਸਰੀਰ ਨੂੰ, ਇਹਨਾਂ ਅੱਖਾਂ ਨਾਲ ਜੋ ਅਸੀਂ ਦੇਖਦੇ ਆ, ਸਾਰਾ ਖਤਮ ਹੋਣ ਵਾਲਾ ਆ, ਨਾਸ਼ ਹੋਣ ਵਾਲਾ ਆ। ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ, ਧਾਰਮਿਕ ਡੇਰੇ ਨੇ, ਸਾਰੇ ਪਰਮਾਤਮਾ ਨਾਲ ਜੋੜਨ ਦੇ ਤਰੀਕੇ ਨੇ। ਇਹ ਭਗਤੀ ਦੀ ਸ਼ੁਰੂਆਤ ਨੇ। ਪਰ ਪਰਮਾਤਮਾ ਕਿੱਥੇ ਆ? ਤੁਹਾਡੇ ਅੰਦਰ ਆ। ਉਹਨੂੰ ਰਸਤਾ ਮਿਲਣ ਦਾ ਰਸਤਾ ਕਿੱਥੇ ਆ? ਤੁਹਾਡੇ ਅੰਦਰ ਆ। ਠੀਕ ਹੈ ਨਾ। ਪ੍ਰੈਕਟੀਕਲ ਅਨੁਭਵ ਕਰੋ। ਸ੍ਰਿਸ਼ਟੀ ਅੱਜ ਹੀ ਨਹੀਂ, ਸਤਯੁਗ ਬਣਿਆ। ਕਹਿੰਦੇ ਸ਼ਬਦ ਨਾਲ ਹੀ ਆਕਾਸ਼ ਬਣਿਆ, ਸ਼ਬਦ ਨਾਲ ਧਰਤੀ ਬਣੇ, ਸ਼ਬਦ ਨਾਲ ਹੀ ਖੰਡ ਬ੍ਰਹਮੰਡ ਬਣਿਆ। ਇਹ ਕਿਹੜਾ ਸ਼ਬਦ ਆ? ਉਹ ਪਹਿਲਾਂ ਓਮ ਸ਼ਬਦ ਹੁੰਦਾ ਸੀ। ਓਮ, ਸਤਯੁਗ ਵਿੱਚ ਵੀ ਓਮ ਸੀ, ਓਮ ਸ਼ਬਦ ਸੀ। ਤ੍ਰੇਤਾ ਯੁੱਗ ਆਇਆ, ਉਦੋਂ ਵਿੱਚ ਓਮ ਸ਼ਬਦ ਸੀ। ਦੁਆਪਰ ਯੁੱਗ ਆਇਆ, ਉਦੋਂ ਵੀ ਓਮ ਸ਼ਬਦ ਸੀ। ਫਿਰ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ, ਉਹਨਾਂ ਨੇ ਕੀ ਕਰਤਾ? ਇੱਕ ਓਂਕਾਰ, ਏਕਾ ਅੱਗੇ ਲਗਾ ਦਿੱਤਾ। ਠੀਕ ਹੈ ਨਾ। ਇਹ ਤਰਕ ਦਾ ਵਿਸ਼ਾ ਨਹੀਂ ਹੈਗਾ, ਪ੍ਰੈਕਟੀਕਲ ਸੋਚੋ। ਜਦ ਇਹ ਸ੍ਰਿਸ਼ਟੀ ਬਣੀ ਆ, ਸੰਤ ਮਹਾਂਪੁਰਸ਼, ਪੀਰ ਫਕੀਰ ਆਂਦੇ ਜਾਂਦੇ ਰਹਿਣੇ ਆ। ਇਹ ਸਮੇਂ ਨਾਲ ਪ੍ਰਮਾਤਮਾ ਰੂਪ ਧਾਰ ਕੇ ਸੰਸਾਰ ਵਿੱਚ ਆਂਦੇ ਰਹਿਣਾ ਉਹਨੇ। ਸਤਯੁਗ ਵਿੱਚ ਵੀ ਪ੍ਰਮਾਤਮਾ ਸੀ, ਅਕਾਲ ਪੁਰਖ ਵਾਹਿਗੁਰੂ ਸੀ। ਤ੍ਰੇਤਾ ਦੇ ਵਿੱਚ ਵੀ ਪ੍ਰਮਾਤਮਾ ਸੀ, ਅਕਾਲ ਪੁਰਖ ਵਾਹਿਗੁਰੂ ਸੀ। ਦੁਆਪਰ ਦੇ ਵਿੱਚ ਵੀ ਉਹੀ ਸੀ, ਕਲਯੁਗ ਦੇ ਵਿੱਚ ਵੀ ਉਹੀ ਆ।
ਅਸੀਂ ਕਿਸੇ ਨੂੰ ਛੋਟਾ ਵੱਡਾ ਨਹੀਂ ਕਹਿ ਸਕਦੇ, ਸਾਰੇ ਇੱਕ ਬਰਾਬਰ ਆ। ਜੋ ਬਰਮੰਡੇ ਸੋਈ ਪਿੰਡੇ, ਬਾਹਰ ਭਲਮ ਭਲਾਇਆ। ਜੋ ਬਰਮੰਡੇ ਬਾਹਰ ਜੋ ਕੁਝ ਵੀ ਸਾਰਾ ਕੁਝ ਆ, ਇਹ ਸਾਡੇ ਅੰਦਰ ਆ। ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਜਿਹਨੇ ਖੋਜ ਕੀਤੀ ਆ ਉਹਨੇ ਉਸ ਨੂੰ ਪਾ ਲਿਆ। ਜਿਹਨੇ ਉਸਨੇ ਖੋਜ ਕੀਤੀ ਆ ਉਸ ਨੂੰ ਪਾ ਲਿਆ, ਉਹ ਗੁੰਗਾ ਬਣ ਗਿਆ। ਉਹ ਆਪਣਾ ਆਨੰਦ ਲੈਂਦਾ ਆ। ਉਹ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ, ਕਿਸੇ ਨੂੰ ਛੋਟਾ ਵੱਡਾ ਨਹੀਂ ਕਹਿੰਦਾ। ਅਸੀਂ ਲੋਕਾਂ ਨੇ ਆਪਣੇ ਧਰਮ ਦੇ ਰੋਜ਼ਗਾਰ ਚਲਾਉਣ ਦੀ ਖਾਤਰ, ਰੋਟੀ ਪਾਣੀ ਸਾਧਨਾਂ ਦੇ ਖਾਤਰ ਲੋਕਾਂ ਨੂੰ ਧਰਮਾਂ ਦੇ ਵਿੱਚ ਵੰਡ ਦਿੱਤਾ। ਪਰਮਾਤਮਾ ਨੂੰ, ਨਿਰਾਕਾਰ ਨੂੰ ਆਕਾਰ ਬਣਾ ਦਿੱਤਾ। ਜਿਹਦਾ ਕੋਈ ਆਕਾਰ ਹੀ ਨਹੀਂ ਸੀ ਉਹਦਾ ਆਕਾਰ ਬਣਾ ਕੇ ਰੱਖ ਦਿੱਤਾ। ਉਹ ਕਹਿੰਦਾ ਮੇਰਾ ਗੁਰੂ ਵੱਡਾ, ਉਹ ਕਹਿੰਦਾ ਮੇਰਾ ਗੁਰੂ ਵੱਡਾ, ਹੈਨਾ। ਉਹ ਕੋਈ ਮੇਰਾ ਰੱਬ ਸੱਚਾ, ਉਹ ਕਹਿੰਦਾ ਮੇਰਾ ਰੱਬ ਸੱਚਾ। ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ। ਉਹ ਇੱਕ ਸੀ ਤੇ ਇੱਕ ਹੀ ਉਹਨੇ ਰਹਿਣਾ। ਇੱਕੋ ਹੀ ਪਿਤਾ ਪਰਮੇਸ਼ਰ ਆ। ਉਹਨੂੰ ਰਾਮ ਕਹਿ ਲੋ, ਅੱਲਾ ਕਹਿ ਲੋ, ਵਾਹਿਗੁਰੂ ਕਹਿ ਲੋ, ਕ੍ਰਿਸ਼ਨ ਕਹਿ ਲੋ, ਸਭ ਕੁਝ ਇੱਕੋ ਹੀ ਆ। ਉਹ ਦੋ ਨਹੀਂ ਹੈਗੇ। ਠੀਕ ਹੈ ਨਾ। ਸਾਰੇ ਇਨਸਾਨਾਂ ਨੂੰ ਉਸੇ ਪਿਤਾ ਪਰਮੇਸ਼ਰ ਨੇ, ਅਕਾਲ ਪੁਰਖ ਨੇ ਬਣਾਇਆ। ਪੰਜ ਤੱਤਵ ਦਾ ਇਹ ਪੁਤਲਾ ਬਣਿਆ, ਕੋਈ 6 ਤੱਤਵ ਦਾ ਨਹੀਂ ਬਣਿਆ ਕੋਈ। ਜਾਂ ਕਿਸੇ ਦੇ 4 ਬਾਹਾਂ ਨਹੀਂ ਹੈਗੀਆਂ, 4 ਲੱਤਾਂ ਨਹੀਂ ਹੈਗੀਆਂ, 4 ਅੱਖਾਂ ਨਹੀਂ ਹੈਗੀਆਂ। ਇੱਕੋ ਜਿਹਾ ਪ੍ਰਮਾਤਮਾ ਨੇ ਇੱਕ ਸਮਾਨ ਹਰ ਚੀਜ਼ ਬਣਾਈ ਆ। ਕਿਸੇ ਪ੍ਰਮਾਤਮਾ ਨੇ ਫਰਕ ਨਹੀਂ ਕੀਤਾ। ਅਸੀਂ ਲੋਕਾਂ ਨੇ ਅਗਿਆਨ ਦੇ ਕਾਰਨ ਅਸੀਂ ਲੋਕਾਂ ਨੇ ਉਸ ਪ੍ਰਮਾਤਮਾ ਨੂੰ ਵੰਡ ਲਿਆ। ਅਖੰਡ ਨੂੰ ਖੰਡ ਖੰਡ ਕਰ ਦਿੱਤਾ, ਛੋਟਾ ਕਰ ਦਿੱਤਾ, ਟੁਕੜਿਆਂ ਵਿੱਚ ਵੰਡ ਦਿੱਤਾ। ਆ ਤੇਰਾ ਰੱਬ, ਆ ਮੇਰਾ ਰੱਬ, ਤੇਰਾ ਝੂਠਾ, ਮੇਰਾ ਸੱਚਾ, ਮੇਰਾ ਗੁਰੂ ਵੱਡਾ, ਤੇਰਾ ਛੋਟਾ। ਪਰ ਜਿਹੜੇ ਗੁਰਮੁਖ ਬੰਦੇ ਹੁੰਦੇ ਨੇ, ਭਗਤ ਹੁੰਦੇ ਨੇ, ਗੁਰੂ ਦੇ ਪਿਆਰੇ ਹੁੰਦੇ ਨੇ, ਉਹ ਕਦੇ ਵੀ ਇਹ ਚੱਕਰਾਂ ਵਿੱਚ ਨਹੀਂ ਪੈਂਦੇ। ਉਹ ਆਪਣੀ ਡਿਊਟੀ ਸਮਝ ਕੇ ਰੋਜ਼ ਸਿਮਰਨ ਕਰਦੇ ਰਹਿੰਦੇ ਆ, ਰੋਜ਼ ਭਜਨ ਸੇਵਾ ਦਾ ਅਭਿਆਸ ਕਰਦੇ ਰਹਿੰਦੇ ਆ। ਤੁਸੀਂ ਅੰਦਰ ਦਾ ਸਫ਼ਰ ਤੈਅ ਕਰੋਗੇ, ਤੁਹਾਨੂੰ ਬਾਹਰ ਦੇ ਲਈ ਸਮਾਂ ਹੀ ਨਹੀਂ ਮਿਲਣਾ ਹੈਗਾ। ਅੰਦਰ ਇੰਨਾ ਕੁਛ ਹੈ, ਸਰੀਰ ਛੋਟਾ ਜਿਹਾ ਸਰੀਰ ਨਹੀਂ ਹੈਗਾ। ਇਹਦੇ ਅੰਦਰ ਬਹੁਤ ਵੱਡਾ ਸਮੁੰਦਰ ਦੀ ਤਰ੍ਹਾਂ ਹੈ ਵੀ, ਜਿਹਦਾ ਕੋਈ ਕਿਨਾਰਾ ਨਹੀਂ ਹੈਗਾ। ਤੁਸੀਂ ਅਭਿਆਸ ਕਰੋ ਤਾਂ ਸਹੀ, ਇੱਕ ਵਾਰ ਅੰਦਰ ਤਾਂ ਆ ਕੇ ਦੇਖੋ। ਸਾਰੇ ਦੇਵੀ ਦੇਵਤੇ, ਪੀਰ ਪੰਬਰ ਇਸ ਸਰੀਰ ਦੇ ਵਿੱਚ ਨੇ। ਅਸੀਂ ਆਪਣੀ ਤਾਕਤ ਨੂੰ ਪਹਿਚਾਨਦੇ ਨਹੀਂ ਪਏ, ਆਪਣੇ ਆਪ ਨੂੰ ਪਹਿਚਾਨਦੇ ਨਹੀਂ ਪਏ। ਪਹਿਚਾਨਾਂਗੇ ਤਾਂ ਜੇ ਅਸੀਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਾਂਗੇ, ਗੁਰਬਾਣੀ ਸੁਣਾਂਗੇ, ਗੁਰੂ ਦੇ ਚਰਨਾਂ 'ਚ ਬੈਠਾਂਗੇ ਜਾ ਕੇ। ਪ੍ਰੈਕਟੀਕਲ ਅਨੁਭਵ ਕਰੋ, ਪ੍ਰੈਕਟੀਕਲ ਅਨੁਭਵ ਕਰੋ। ਕਿਸੇ ਨਾਲ ਪ੍ਰਮਾਤਮਾ ਦੇ ਨਾਂ ਤੇ ਬੈਸਣ ਦੀ ਲੋੜ ਨਹੀਂ ਹੈਗੀ। ਆਪਣੇ ਗੁਰੂ ਦੀ ਨਿੰਦਿਆ ਕਰਨ ਦੀ ਲੋੜ ਨਹੀਂ ਹੈਗੀ। ਠੀਕ ਹੈ ਨਾ। ਤੁਸੀਂ ਆਪਣਾ ਵਿਸ਼ਵਾਸ, ਆਪਣੇ ਗੁਰੂ ਤੇ ਪੂਰਾ ਵਿਸ਼ਵਾਸ, ਭਰੋਸਾ ਰੱਖ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ, ਰੋਜ਼ ਬੰਦਗੀ ਕਰਦੇ ਰਹੋ। ਠੀਕ ਹੈ ਨਾ। ਅੰਮ੍ਰਿਤ ਵੇਲੇ ਸੰਭਾਲ ਕਰੋ। ਸਵੇਰੇ ਆਪਣਾ ਨਿਤਨੇਮ ਕਰਕੇ, ਸ਼ਬਦ ਦਾ ਅਭਿਆਸ ਕਰਕੇ, ਅੰਤਰ ਦੀ ਯਾਤਰਾ ਕਰਕੇ, ਫਿਰ ਆਪਣੇ ਸੰਸਾਰ ਦੇ ਬਾਹਰ ਦੇ ਕੰਮ ਧੰਦੇ ਕਰਿਆ ਕਰੋ। ਫਿਰ ਤੁਸੀਂ ਆਪਣੇ ਸੰਸਾਰ ਦੇ ਜਿਹੜੇ ਕੰਮ ਧੰਦੇ ਕਰਨੇ ਆ ਉਹ ਕਰਿਆ ਕਰੋ। ਆਪਣਾ ਸਵੇਰ ਦਾ ਪਹਿਲਾ ਨਿਯਮ ਪ੍ਰਭੂ ਤੋਂ ਸ਼ੁਰੂ ਕਰੋ, ਬੰਦਗੀ ਤੋਂ ਸ਼ੁਰੂ ਕਰੋ। ਸਵੇਰੇ ਅੰਮ੍ਰਿਤ ਵੇਲੇ ਉੱਠੋ, ਜਲਦੀ ਉੱਠ ਕੇ ਹਨਾ ਪ੍ਰਭੂ ਦੇ ਚਰਨਾਂ 'ਚ ਬੈਠ ਜਾਓ। ਜੋ ਤੁਹਾਨੂੰ ਤੁਹਾਡੇ ਗੁਰੂ ਨੇ ਸ਼ਬਦ ਦਿੱਤਾ ਆ, ਠੀਕ ਆ, ਉਹਦਾ ਅਭਿਆਸ ਕਰੋ ਹਨਾ। ਉਸ ਤੋਂ ਬਾਅਦ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਜਿਸ ਤਰ੍ਹਾਂ ਸੰਸਾਰ ਦੇ ਕੰਮ ਜ਼ਰੂਰੀ ਆ ਤੇ ਇਹ ਵੀ ਕੰਮ ਜ਼ਰੂਰੀ ਆ, ਕਿਉਂਕਿ ਇਹ ਜੀਵਨ ਦਾ ਮਕਸਦ ਆ ਪਰਮਾਤਮਾ ਨੂੰ ਪਾਣਾ, ਆਪਣੇ ਆਪ ਨੂੰ ਜਾਣਨਾ। ਇਹ ਜੀਵਨ ਸਾਨੂੰ ਭਗਤੀ ਕਰਨ ਵਾਸਤੇ ਮਿਲਿਆ, ਬੰਦਗੀ ਕਰਨ ਵਾਸਤੇ ਮਿਲਿਆ। ਠੀਕ ਹੈ ਨਾ। ਤਾਂ ਪਹਿਲਾ ਜੋ ਫਰਜ਼ ਆ ਬੰਦਗੀ, ਇਹ ਆਪਣੇ ਨੇਮ ਕਰਕੇ ਫਿਰ ਆਪਣੇ ਸੰਸਾਰ ਦੇ ਕੰਮ ਧੰਦੇ ਕਰਿਆ ਕਰੋ। ਕਈ ਲੋਕ ਕਹਿੰਦੇ ਕਿ ਬਾਬਾ ਜੀ ਅਸੀਂ ਜੇ 2.5-3 ਘੰਟੇ ਭਗਤੀ ਰੋਜ਼ ਕਰਾਂਗੇ ਤੁਹਾਡਾ ਸਾਡਾ ਕੰਮ ਕਰ ਕਿੱਦਾਂ ਚੱਲੇਗਾ, ਸਾਡੇ ਸੰਸਾਰ ਦੇ ਕੰਮ ਧੰਦੇ ਕਿੱਦਾਂ ਹੋਣਗੇ। 24 ਘੰਟਿਆਂ 'ਚੋਂ ਜੇ ਆਪਾਂ 2.5-3 ਘੰਟੇ ਵੀ ਪ੍ਰਮਾਤਮਾ ਨੂੰ ਦਿੰਨੇ ਆ ਤੇ 3 ਘੰਟੇ ਪ੍ਰਮਾਤਮਾ ਨੂੰ ਦਿੰਨੇ ਆ 24 ਘੰਟਿਆਂ 'ਚੋਂ, ਤਾਂ 21 ਘੰਟੇ ਬਹੁਤ ਨੇ ਸੰਸਾਰ ਦੇ ਕੰਮ ਧੰਦਿਆਂ ਲਈ, ਰੋਣ ਧੋਣ ਲਈ, ਸੌਣ ਜਾਗਣ ਦੇ ਲਈ, ਕੰਮ ਧੰਦਿਆਂ ਲਈ।
ਜੇ ਤੁਸੀਂ 21 ਘੰਟੇ 'ਚ ਨਹੀਂ ਕੁਛ ਖਾ ਸਕੇ ਤੇ 3 ਘੰਟੇ ਕਰਕੇ ਕਿਹੜੇ ਪਹਾੜ ਇਕੱਠੇ ਕਰ ਲੈਣੇ ਤੁਸੀਂ। ਇਹ ਗੱਲਾਂ ਦੇ ਪਕੌੜੇ ਨਾ ਬਣਾਓ, ਗੱਲਾਂ ਦਾ ਕਰਨ ਦਾ ਮਾਰਗ ਨਹੀਂ ਹੈਗਾ ਇਹ। ਜਿਹਨੂੰ ਪਰਮਾਤਮਾ ਨਾਲ ਪ੍ਰੇਮ ਆ, ਉਹਨੂੰ ਮਿਲਣ ਦੀ ਤੜਫ ਆ, ਠੀਕ ਆ ਨਾ, ਉਹ ਜ਼ਰੂਰ ਭਗਤੀ ਕਰੇਗਾ। ਜਿਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਆ, ਗੁਰੂ ਤੇ ਭਰੋਸਾ, ਉਹ ਜ਼ਰੂਰ ਭਗਤੀ ਕਰੇਗਾ। ਜਿਸ ਨੂੰ ਆਪਣੇ ਗੁਰੂ ਨਾਲ ਪ੍ਰੇਮ ਆ, ਜਿਹੜਾ ਆਪਣੇ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦਾ, ਉਹ ਜ਼ਰੂਰ ਭਗਤੀ ਕਰੇਗਾ। ਜਿਹਨੂੰ ਡਰ ਆ ਕਿ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਨਾ ਹੋ ਜਾਵੇ, ਉਹ ਭਗਤੀ ਜ਼ਰੂਰ ਕਰੇਗਾ। ਠੀਕ ਹੈ ਨਾ। ਤੇ ਇਸ ਕਰਕੇ ਤੁਸੀਂ ਆਪਣੇ ਗੁਰੂ ਨੂੰ ਖੁਸ਼ ਦੇਖਣਾ ਚਾਹੁੰਦੇ ਹੋ ਤਾਂ ਰੋਜ਼ ਸਿਮਰਨ ਕਰਿਆ ਕਰੋ, ਰੋਜ਼ ਬੰਦਗੀ ਕਰਿਆ ਕਰੋ। ਜਦੋਂ ਤੁਸੀਂ ਬੰਦਗੀ ਕਰੋਗੇ, ਤੁਸੀਂ ਸੱਚ ਦੀ ਪਹਿਚਾਣ ਕਰੋਗੇ, ਤੁਹਾਡੇ ਜਿਹੜੇ ਮਨਾਂ ਦੇ ਸਵਾਲ ਆ ਸਾਰੇ ਖਤਮ ਹੋ ਜਾਣਗੇ। ਠੀਕ ਹੈ ਨਾ। ਗੁਰੂ ਦੇਵ ਵੀ ਕਹਿੰਦੇ, ਸੰਤ ਮਹਾਂਪੁਰਸ਼ ਕਹਿੰਦੇ, ਬੇਟੇ ਮੇਰੇ ਸਰੀਰ ਨਾਲ ਪ੍ਰੇਮ ਨਾ ਕਰੋ, ਮੇਰੇ ਸਰੀਰ ਨਾਲ ਪਿਆਰ ਨਾ ਕਰੋ, ਮੇਰੇ ਪਿੱਛੇ ਪਿੱਛੇ ਭੱਜਣ ਦੀ ਲੋੜ ਨਹੀਂ ਹੈਗੀ, ਮੇਰੇ ਮੱਥੇ ਟੇਕਣ ਦੀ ਲੋੜ ਨਹੀਂ ਹੈਗੀ ਮੈਨੂੰ। ਠੀਕ ਹੈ ਨਾ। ਅੱਗੇ ਪਿੱਛੇ ਭੱਜਣ ਦੀ ਲੋੜ ਨਹੀਂ ਹੈਗੀ। ਤੁਸੀਂ ਤੁਹਾਨੂੰ ਜੋ ਨਾਮ ਸ਼ਬਦ ਦਿੱਤਾ, ਆਪਣੇ ਘਰ ਦੇ ਵਿੱਚ ਬੈਠ ਕੇ ਉਹਦਾ ਅਭਿਆਸ ਕਰੋ ਤੇ ਤੁਹਾਨੂੰ ਮੈਂ ਅੰਤਰ ਦੇ ਵਿੱਚ ਦਰਸ਼ਨ ਦੇਵਾਂਗਾ। ਤੁਹਾਡੇ ਨਾਲ ਅੰਤਰ ਦੇ ਵਿੱਚ ਮੈਂ ਗੱਲਾਂ ਕਰਾਂਗਾ। ਠੀਕ ਹੈ ਨਾ। ਉੱਥੇ ਕੋਈ ਲੜਾਈ ਝਗੜਾ ਨਹੀਂ, ਕੋਈ ਬੋਲਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ ਹੈ। ਠੀਕ ਹੈ ਨਾ। ਆਪਣੇ ਗੁਰੂ ਦਾ ਕਹਿਣਾ ਮੰਨੋ, ਜੋ ਗੁਰੂ ਨੇ ਤੁਹਾਨੂੰ ਨਾਮ ਸ਼ਬਦ ਦਿੱਤਾ ਉਹਦਾ ਅਭਿਆਸ ਕਰੋ। ਠੀਕ ਹੈ ਨਾ। ਜੋ ਤੁਸੀਂ ਅੰਦਰ ਕਰੋਗੇ, ਅੰਦਰ ਆ ਜਾਓਗੇ ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਪਣੇ ਆਪ ਮਿਲ ਜਾਣਗੇ। ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣੇ। ਇਹ ਉਦ ਤੱਕ ਤੁਹਾਡੇ ਸਵਾਲ ਹੈ ਜਦ ਤੱਕ ਤੁਸੀਂ ਅੰਦਰ ਨਹੀਂ ਆਉਂਦੇ। ਅੰਦਰ ਆ ਜਾਓ, ਬਸ ਪ੍ਰੈਕਟੀਕਲ ਅਨੁਭਵ ਕਰੋ ਆਪ ਆਪਣਾ। ਜਿਸ ਤਰ੍ਹਾਂ ਰਾਣੀ ਨੂੰ ਉਹ ਸਾਧੂ ਦੇ ਉਹ ਚੋਰ ਤੇ ਭਰੋਸਾ ਸੀ। ਠੀਕ ਹੈ ਨਾ। ਸਾਧੂ ਭੇਸ ਦੇ ਵਿੱਚ ਉਹ ਚੋਰ ਸੀ, ਉਸ ਰਾਣੀ ਨੂੰ ਉਸ ਤੇ ਭਰੋਸਾ ਸੀ, ਵਿਸ਼ਵਾਸ ਸੀ। ਠੀਕ ਹੈ ਨਾ। ਉਹਦੇ ਗੁਣੇ ਕਿਹਾ ਹਫ਼ਤੇ ਬਾਅਦ ਦਰਸ਼ਨ ਦੇਵਾਂਗਾ, ਭਗਵਾਨ ਦਰਸ਼ਨ ਦੇਣਗੇ, ਹਨਾ। ਭਗਵਾਨ ਨੇ 3 ਦਿਨਾਂ ਵਿੱਚ ਦਰਸ਼ਨ ਦੇ ਦਿੱਤੇ ਉਸ ਨੂੰ। ਕਿਉਂ? ਉਹਦੀ ਭਗਤੀ ਸੀ, ਉਹਨੂੰ ਗੁਰੂ ਤੇ ਵਿਸ਼ਵਾਸ ਸੀ, ਪਰਮਾਤਮਾ ਨੂੰ ਮਿਲਣ ਦਾ ਇੱਕ ਚਾਹ ਸੀ ਉਸ ਦਿਲ ਵਿੱਚ ਕਿ ਮੈਂ ਵੀ ਪਰਮਾਤਮਾ ਨੂੰ ਮਿਲਣਾ ਆ, ਹਨਾ। ਮੈਂ ਵੀ ਉਹਨੂੰ ਦੇਖਣਾ ਚਾਹੁੰਦੀ ਆ, ਹਨਾ। ਉਹਨੂੰ ਕਿੰਨਾ ਵਿਸ਼ਵਾਸ ਸੀ, ਕਿੰਨਾ ਭਰੋਸਾ ਸੀ। ਫਿਰ ਉਹਨੇ ਉਹਦੇ ਬਚਨਾਂ ਤੇ ਫੁੱਲ ਚੜਾਇਆ, ਜਿੱਦਾਂ ਗੁਰੂ ਦੇ ਉਹਦੇ ਕਿਹਾ ਸੀ, ਸਾਧੂ ਨੇ ਕਿਹਾ ਸੀ, ਉਹਨੇ ਉਹਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਹਨਾ। ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਹਫ਼ਤੇ 'ਚ ਗੁਰੂ ਨੇ ਕਿਹਾ ਸੀ 3 ਦਿਨਾਂ ਬਾਅਦ ਉਹਨੂੰ ਦਰਸ਼ਨ ਹੋ ਗਏ। ਇਸੇ ਤਰ੍ਹਾਂ ਤੁਸੀਂ ਆਪਣੇ ਗੁਰੂ ਤੇ ਪੂਰਾ ਭਰੋਸਾ ਰੱਖੋ, ਪੂਰਾ ਵਿਸ਼ਵਾਸ ਰੱਖੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨਾ। ਜਿਸ ਤਰ੍ਹਾਂ ਤੁਸੀਂ ਰੋਜ਼ ਰੋਟੀ ਖਾਂਦੇ ਹੋ, ਰੋਜ਼ ਪੇਟ ਪੂਜਾ ਕਰਦੇ ਹੋ, ਰੋਜ਼ ਨਹਾਉਂਦੇ ਧੋਂਦੇ ਹੋ, ਤਾਂ ਬੰਦਗੀ ਵੀ ਰੋਜ਼ ਕਰਿਆ ਕਰੋ, ਭਗਤੀ ਵੀ ਰੋਜ਼ ਕਰਿਆ ਕਰੋ। ਇਹ ਨਹੀਂ ਅੱਜ ਕੀਤੀ 2 ਦਿਨ ਨਹੀਂ ਕੀਤਾ, 3 ਦਿਨ ਨਹੀਂ ਕੀਤੀ। ਠੀਕ ਹੈ ਨਾ। ਇਹ ਰੋਜ਼ ਕਰਨ ਵਾਲਾ ਕੰਮ ਆ। ਜਿਸ ਤਰ੍ਹਾਂ ਰੋਜ਼ ਤੁਸੀਂ ਰੋਟੀ ਖਾਂਦੇ ਹੋ, ਖਾਣਾ ਖਾਂਦੇ ਹੋ, ਇਸੇ ਤਰ੍ਹਾਂ ਤੁਸੀਂ ਭਗਤੀ ਵੀ ਰੋਜ਼ ਕਰਨੀ ਹੈ, ਸਿਮਰਨ ਵੀ ਰੋਜ਼ ਕਰਨਾ। ਠੀਕ ਹੈ। ਸਰੀਰ ਨੂੰ ਕੀ ਕਹਿੰਦੇ ਆ? ਸਰੀਰ ਨੂੰ ਭੋਜਨ ਦੇਣ ਤੋਂ ਪਹਿਲਾਂ ਆਪਣੀ ਆਤਮਾ ਨੂੰ ਭੋਜਨ ਦਿਓ। ਆਤਮਾ ਨੂੰ ਭੋਜਨ ਕੀ ਆ? ਸਿਮਰਨ ਆ। ਠੀਕ ਹੈ ਨਾ। ਜਦੋਂ ਤੁਸੀਂ ਰੋਟੀ ਖਾਣ ਬੈਠਦੇ ਹੋ ਤਾਂ ਅੱਖਾਂ ਬੰਦ ਕਰਕੇ ਆਪਣੇ ਗੁਰੂ ਦੇ ਚਰਨਾਂ ਧਿਆਨ ਧਰਿਆ ਕਰੋ ਤੇ ਬੇਨਤੀ ਕਰਿਆ ਕਿ ਪ੍ਰਭੂ ਗੁਰੂਦੇਵ ਪ੍ਰਸ਼ਾਦਾ ਹਾਜ਼ਰ ਹੈ, ਜਾਂ ਲੰਗਰ ਹਾਜ਼ਰ ਹੈ, ਜਾਂ ਰੋਟੀ ਹਾਜ਼ਰ ਹੈ, ਤੁਸੀਂ ਭੋਗ ਲਾਓ, ਛਕੋ ਤੇ ਮੈਨੂੰ ਵੀ ਛਕਣ ਦੀ ਆਗਿਆ ਦਿਓ। ਠੀਕ ਹੈ ਨਾ। ਆਪਣੇ ਅੰਦਰ ਜੋ ਤੁਹਾਡੇ ਗੁਰੂ ਨੇ ਸ਼ਬਦ ਦਿੱਤਾ ਆ, ਸਿਮਰਨ ਦਿੱਤਾ, ਉਦੋਂ ਸ਼ਬਦ ਦਾ 5 ਵਾਰ ਅਭਿਆਸ ਕਰ ਲਿਆ ਕਰੋ, 5 ਵਾਰ ਸਿਮਰਨ ਕਰ ਲਿਆ ਕਰੋ। ਫਿਰ ਅੱਗੇ ਗੁਰੂ ਅੱਗੇ ਅਰਦਾਸ ਕਰਕੇ ਫਿਰ ਖਾਣਾ ਖਾ ਲਿਆ ਕਰੋ। ਠੀਕ ਹੈ ਨਾ। ਉਹ ਤਾਂ ਖੁਸ਼ਬੂ ਦਾ ਭੁੱਖਾ ਹੈ ਤੇ ਖਾਣੀ ਤਾਂ ਤੁਸੀਂ ਆ। ਠੀਕ ਹੈ ਨਾ। ਇਸ ਤਰ੍ਹਾਂ ਛੋਟੀ ਛੋਟੀ ਗੱਲਾਂ ਵਿੱਚ ਉਹਨੂੰ ਹਰ ਗੱਲ ਦੇ ਵਿੱਚ ਸ਼ਾਮਲ ਕਰ ਲਓ। ਠੀਕ ਹੈ ਨਾ। ਹਰ ਸੁੱਖ ਦੁੱਖ ਦੇ ਵਿੱਚ ਉਸ ਨੂੰ ਸ਼ਾਮਲ ਕਰ ਲਓ, ਤੁਹਾਡੀ ਗੱਲ ਜ਼ਰੂਰ ਬਣੇਗੀ। ਠੀਕ ਹੈ ਨਾ। ਉਸ ਇਸ ਗੁਫਾ ਅੰਦਰ ਜੋਤ ਰੱਖ, ਪਵਨ ਵਾਜਾ ਵਜਾਇਆ। ਠੀਕ ਆ। ਉਹ ਜੇ ਜੋਤ ਕਿਹੜੀ ਆ, ਉਹਦੇ ਦਰਸ਼ਨ ਕਰੋ, ਉਹਨੂੰ ਦੇਖਣ ਦੀ ਕੋਸ਼ਿਸ਼ ਕਰੋ, ਪੜਨ ਤੱਕ ਨਾ ਰਹੋ। ਠੀਕ ਆ। 5 ਸ਼ਬਦ ਧੁਨਕਾਰ ਵਾਜੇ, ਅਨਹਦ ਵਾਜੇ, ਉਹ ਸੁਣੋ, ਉਹ ਸ਼ਬਦ ਕਿਹੜੇ ਨੇ। ਠੀਕ ਆ। ਉਹਨਾਂ ਜਿਹੜੇ ਬਾਜੇ ਵਾਜਦੇ ਉਹਨਾਂ ਦੀ ਸੁਣੋ, ਉਹਨੂੰ ਸੁਣੋ, ਅੰਦਰ ਅੰਦਰ ਸੁਣੋ, ਉਸ ਨੂੰ ਪ੍ਰੈਕਟੀਕਲ ਕਰੋ। ਕਰੋਗੇ ਤੁਹਾਡੇ ਸਾਰੇ ਸਵਾਲ ਖਤਮ ਹੋ ਜਾਣਗੇ। ਗੁਰੂ ਤੋਂ ਬਿਨਾ ਸਾਨੂੰ ਗਿਆਨ ਨਹੀਂ ਮਿਲਦਾ। ਠੀਕ ਆ। ਗੁਰੂ ਕਰ ਮਨ ਮੋਰ, ਗੁਰੂ ਬਿਨਾ ਨਾਹੀ ਕੋਈ ਹੋਰ। ਚਾਰੋ ਤੀਰਥ धाम ਗੁਰੂਦੇਵ ਤੁਮਾਰੇ ਚਰਨੋਂ ਮੇ। ਠੀਕ ਹੈ ਨਾ। ਕਿੰਨੀ ਵੱਡੀ ਆਪਾਂ ਗੁਰੂ ਦੀ ਵਿੜਾਈ ਸੰਤਾਂ ਮਹਾਂਪੁਰਸ਼ਾਂ ਦੇ ਗੁਰੂਆਂ ਨੇ ਕੀਤੀ ਆ। ਉਹਨਾਂ 2 ਹੀ ਗੱਲਾਂ ਕੀਤੀ, ਇੱਕ ਨਾਮ ਦੀ ਗੱਲ, ਇੱਕ ਗੁਰੂ ਦੀ ਗੱਲ। ਨਾਮ ਦੀ ਗੱਲ, ਗੁਰੂ ਦੀ ਗੱਲ। ਠੀਕ ਹੈ ਨਾ। ਆਪਣਾ ਰੋਜ਼
ਭਜਨ ਸਿਮਰਨ ਦਾ ਅਭਿਆਸ ਕਰੋ, ਰੋਜ਼ ਬੰਦਗੀ ਕਰੋ। ਠੀਕ ਹੈ, ਕਿਸੇ ਵਹਿਮਾਂ 'ਚ ਪੈਣ ਦੀ ਲੋੜ ਨਹੀਂ ਹੈਗੀ, ਕਿਸੇ ਅੰਧ ਵਿਸ਼ਵਾਸ 'ਚ ਪੈਣ ਦੀ ਲੋੜ ਨਹੀਂ ਹੈਗੀ। ਸੁੱਖ ਦੁੱਖ ਤੁਹਾਡੇ ਸਰੀਰ ਦੇ ਜ਼ਰੂਰੀ ਅੰਗ ਨੇ। ਅੱਜ ਦੁੱਖ ਆ ਤੇ ਕੱਲ੍ਹ ਨੂੰ ਸੁੱਖ ਆ। ਠੀਕ ਹੈ ਨਾ, ਜੇ ਦੁੱਖ ਨਹੀਂ ਰਿਹਾ ਤਾਂ ਕੱਲ੍ਹ ਨੂੰ ਸੁੱਖ ਵੀ ਨਹੀਂ ਰਹਿਣਾ, ਸੁੱਖ ਨਹੀਂ ਰਿਹਾ ਦੁੱਖ ਵੀ ਨਹੀਂ ਰਹਿਣਾ। ਇਹ ਆਉਂਦੇ ਜਾਂਦੇ ਸਰੀਰ ਦੇ ਅੰਗ ਨੇ। ਕਦੇ ਦੁੱਖ ਆ ਗਿਆ, ਕਦੇ ਸੁੱਖ ਆ ਗਿਆ, ਫਿਰ ਦੁੱਖ ਆ ਗਿਆ, ਫਿਰ ਸੁੱਖ ਆ ਗਿਆ। ਇਹ ਸੰਸਾਰ ਆ, ਇਹ ਸੰਸਾਰ ਇਹ ਦੁੱਖਾਂ ਦਾ ਘਰ ਹੈ। ਇੱਥੇ ਸੁੱਖ ਨਹੀਂ ਹੈਗਾ। ਸੁੱਖ ਕਿਤੇ ਆ? ਪਰਮਾਤਮਾ ਦੇ ਨਾਮ ਦੇ ਵਿੱਚ ਆ, ਉਹਦੀ ਬੰਦਗੀ ਦੇ ਵਿੱਚ ਆ, ਉਹਦੀ ਭਗਤੀ ਦੇ ਵਿੱਚ ਆ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਵੀ ਕਿਹਾ ਨਹੀਂ ਕਿ ਨਾਨਕ ਦੁਖੀਆ ਸਭ ਸੰਸਾਰ। ਸਿਰਫ ਬੰਦਗੀ ਕਰਨ ਵਾਲੇ ਹਨਾ, ਜਿਹੜੇ ਨਾਮ ਜਪਦੇ ਨੇ, ਗੁਰਮੁਖ ਪਿਆਰੇ ਨੇ, ਗੁਰੂ ਦੇ ਪਿਆਰੇ ਨੇ, ਹਨਾ, ਉਹੀ ਸੁਖੀ ਆ। ਸਭ ਸੁਖੋਂ ਕਾ ਦਾਤਾ ਰਾਮ ਹੈ। ਠੀਕ ਹੈ, ਰੋਜ਼ ਆਪਣਾ ਸਿਮਰਨ ਕਰਿਆ ਕਰੋ, ਰੋਜ਼ ਬੰਦਗੀ ਕਰਿਆ ਕਰੋ। ਕਿਸੇ ਨਾਲ ਬਹਿਸਣ ਦੀ ਲੋੜ ਨਹੀਂ ਹੈਗੀ, ਕਿਸੇ ਨਾਲ ਤਰਕ ਕਰਨ ਦੀ ਲੋੜ ਨਹੀਂ ਹੈ। ਜੇ ਕੋਈ ਬਹਿਸਦਾ ਉਹਨੂੰ ਹੱਥ ਜੋੜ ਦਿਆ ਕਰੋ ਬਸ। ਠੀਕ ਹੈ ਨਾ, ਸਭ ਤੋਂ ਵਧੀਆ ਤਰੀਕਾ ਹੱਥ ਜੋੜ ਦੋ, ਝੁਕ ਜਾਓ ਬਸ। ਮਿੱਠ ਤਨੀਮੀ ਨਾਨਕਾ ਗੁਣ ਚੰਗੇ ਤਤ। ਜਿਹੜਾ ਨਹੀਂ ਮੰਨਦਾ ਨਾ ਮੰਨੇ, ਪਰ ਤੁਸੀਂ ਆਪਣਾ ਰਾਸਤਾ ਸਿੱਧਾ ਰੱਖੋ, ਤੁਹਾਨੂੰ ਆਨੰਦ ਮਿਲਦਾ। ਹੁਣ ਜਿਹਨੇ ਗੁੜ ਖਾਦਾ ਉਹਨੂੰ ਹੀ ਪਤਾ ਉਹਦਾ ਸਵਾਦ ਕਿੱਦਾਂ ਦਾ, ਉਸ ਗੁੜ ਵਿੱਚ ਕੀ ਕੀ ਪਾਇਆ ਗਿਆ। ਜਿਹਨੇ ਖਾਦਾ ਉਹਨੂੰ ਪਤਾ, ਜਿਹਨੇ ਖਾਦਾ ਹੀ ਨਹੀਂ ਉਹਨਾਂ ਆਪਾਂ ਬਹਿਸ ਕਰਕੇ ਕਰਨਾ ਵੀ ਕੀ ਆ। ਠੀਕ ਹੈ ਨਾ, ਇਸ ਕਰਕੇ ਆਪਣਾ ਸਮੇਂ ਨਹੀਂ ਖਰਾਬ ਕਰਨਾ। ਜਿਹੜਾ ਨਹੀਂ ਮੰਨਦਾ ਹੱਥ ਜੋੜ ਦੋ ਅੱਗੇ, ਝੁਕ ਜਾਓ ਬਸ ਕਿ ਠੀਕ ਹੈ ਤੂੰ ਸੱਚਾ, ਅਸੀਂ ਝੂਠੇ। ਜਦੋਂ ਸੱਚ ਦਾ ਅਸੀਂ ਅਭਿਆਸ ਕਰਾਂਗੇ, ਰੋਜ਼ ਸਿਮਰਨ ਕਰਾਂਗੇ, ਅੰਤ ਦੀ ਯਾਤਰਾ ਤੈਅ ਕਰਾਂਗੇ, ਸਾਡੇ ਸਵਾਲ ਖਤਮ ਹੋ ਜਾਣੇ। ਇਹ ਬਾਅਦ ਦੀ ਲੜਾਈ ਝਗੜੇ ਜੋ ਹੋ ਰਿਹਾ, ਇਹ ਅਗਿਆਨਤਾ ਦੇ ਕਾਰਨ ਹੋ ਰਿਹਾ। ਜਿਨ੍ਹਾਂ ਨੇ ਗੁਰੂ ਨੂੰ ਮੰਨਦੇ ਸਾਰੇ ਆ, ਪਰ ਗੁਰੂ ਦਾ ਕਹਿਣਾ ਕੋਈ ਨਹੀਂ ਮੰਨਦਾ। ਗੁਰੂ ਨੇ ਪ੍ਰੇਮ ਦਾ ਹੁਕਮ ਦਿੱਤਾ ਕਿ ਪ੍ਰੇਮ ਕਰੋ, ਪ੍ਰੇਮ ਕਰੋ। ਅੱਜ ਅਸੀਂ ਕਿੰਨਾ ਕੁ ਪ੍ਰੇਮ ਕਰਦੇ ਇੱਕ ਦੂਜੇ ਨੂੰ, ਇੱਕ ਦੂਜੇ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਦੇ ਪਏ ਹਾਂ। ਜੇ ਅਸੀਂ ਕਹਿੰਦੇ ਕੰਨ ਕੰਨ ਦੇ ਵਿੱਚ ਪਰਮਾਤਮਾ, ਘੱਟ ਘੱਟ ਦੇ ਵਿੱਚ ਪਰਮਾਤਮਾ, ਕਿ ਤੁਹਾਨੂੰ ਦੂਸਰੇ ਵਿੱਚ ਪਰਮਾਤਮਾ ਨਜ਼ਰ ਨਹੀਂ ਆ ਰਿਹਾ? ਕਿ ਉਹਨੂੰ ਪਰਮਾਤਮਾ ਨੇ ਨਹੀਂ ਬਣਾਇਆ, ਉਹਨੂੰ ਉਸ ਪਰਮਾਤਮਾ ਅੱਲਾ ਵਾਹਿਗੁਰੂ ਨੇ ਨਹੀਂ ਬਣਾਇਆ, ਸਾਰਿਆਂ ਨੂੰ ਉਸ ਪਰਮਾਤਮਾ ਨੇ ਬਣਾਇਆ। ਅਸੀਂ ਸਾਰੇ ਉਸ ਪਰਮਾਤਮਾ ਦੇ ਬੱਚੇ ਆ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਾ ਬੰਦੇ, ਏਕ ਨੂਰ ਦੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਅਸੀਂ ਬਾਰ-ਬਾਰ ਪੜ੍ਹਦੇ ਆ ਪਰ ਅਮਲ ਨਹੀਂ ਕਰਦੇ। ਅਸੀਂ ਬਾਹਰ ਦੇ ਦਿਖਾਵੇ ਵਿੱਚ ਪਏ ਹੋਏ ਹਾਂ, ਬਾਹਰ ਦੇ ਬਨਾਵਟੀ ਚੀਜ਼ਾਂ ਵਿੱਚ ਪਏ ਹੋਏ ਹਾਂ। ਅੰਦਰ ਆ ਜਾਓ, ਅੰਦਰ ਆਓਗੇ ਸਾਰੇ ਸਵਾਲ ਖਤਮ ਹੋਣਗੇ। ਇਸ ਕਰਕੇ ਮੇਰੀ ਆਪ ਦੇ ਚਰਨਾਂ 'ਚ ਬੇਨਤੀ ਆ ਕਿ ਅੰਮ੍ਰਿਤ ਵੇਲੇ ਸੰਭਾਲ ਕਰੋ, ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਹੋ। ਕੋਈ ਛੁੱਟੀ ਨਹੀਂ ਕਰਨੀ, ਕੋਈ ਨਾਗਾ ਨਹੀਂ ਕਰਨੇ। ਔਰ ਫਿਰ ਮੇਰੀ ਹੱਥ ਜੋੜ ਕੇ ਬੇਨਤੀ ਆ, ਕਿਸੇ ਨਾਲ ਵੀ ਬਹਿਸ ਨਹੀਂ ਕਰਨੀ, ਕਿਸੇ ਨਾਲ ਤਰਕ ਨਹੀਂ ਕਰਨਾ। ਇਹ ਜਿਹੜਾ ਰੂਹਾਨੀ ਸਫ਼ਰ ਆ, ਭਗਤੀ ਦਾ ਜਿਹੜਾ ਸਫ਼ਰ ਆ, ਠੀਕ, ਅਧਿਆਤਮਿਕ ਜਿਹੜਾ ਸਫ਼ਰ ਆ, ਇਹ ਬਹਿਸਣ ਦਾ ਸਫ਼ਰ ਨਹੀਂ ਹੈਗਾ, ਇਹ ਤਰਕ ਕਰਨ ਦਾ ਵਿਸ਼ਾ ਨਹੀਂ ਹੈਗਾ। ਠੀਕ ਆ, ਜਿਹਨੇ ਜਾਣਿਆ ਉਹ ਰੋਲਾ ਨਹੀਂ ਪਾਉਂਦਾ, ਉਹ ਚੁੱਪ ਕਰ ਜਾਂਦਾ, ਸ਼ਾਂਤ ਹੋ ਜਾਂਦਾ। ਇਹ ਰੋਲਾ ਉਹ ਪਾਉਂਦੇ ਆ ਜੇ ਖਾਲੀ ਭਾਂਡਾ ਜਿੱਦਾਂ ਹੋਵੇ ਨਾ, ਜਿੱਦਾਂ ਖਾਲੀ ਭਾਂਡੇ ਕਹਿੰਦੇ, ਉਹ ਟੱਪਦੇ ਰਹਿੰਦੇ ਆ। ਇਹ ਖਾਲੀ ਆ, ਬਾਹਰੋਂ ਜੁੜੇ ਹੋਏ, ਅੰਦਰੋਂ ਨਹੀਂ ਜੁੜੇ ਹੋਏ। ਜੇ ਅੰਦਰੋਂ ਇਹਨਾਂ ਨੇ ਦੇਖਿਆ ਹੁੰਦਾ ਤਾਂ ਇਹਨਾਂ ਨੇ ਰੋਲਾ ਨਹੀਂ ਪਾਉਣਾ ਸੀ। ਖਾਲੀ ਭਾਂਡੇ ਭੜਕਦੇ ਆ, ਟੱਪਦੇ ਆ। ਜਿਹੜਾ ਭਰਿਆ ਹੋਇਆ ਭਾਂਡਾ ਹੋਵੇ ਉਹ ਟੱਪਦਾ ਨਹੀਂ ਆ, ਇੱਕ ਸਥਿਰ ਰਹਿੰਦਾ, ਇੱਕ ਜਗ੍ਹਾ ਰੁਕ ਜਾਂਦਾ ਉਹ। ਠੀਕ ਹੈ ਨਾ, ਇਸ ਲਈ ਸਾਨੂੰ ਇਹਨਾਂ ਵੱਲ ਦੇਖਣ ਦੀ ਲੋੜ ਨਹੀਂ ਹੈਗੀ, ਇਹਨਾਂ ਨਾਲ ਬੈਸਣ ਦੀ ਲੋੜ ਨਹੀਂ ਹੈਗੀ, ਇਹਨਾਂ ਨਾਲ ਲੜਨ ਦੀ ਲੋੜ ਨਹੀਂ ਹੈਗੀ। ਹੱਥ ਜੋੜ ਦਿਓ ਬਸ, ਸਭ ਤੋਂ ਵਧੀਆ ਤਰੀਕਾ ਹੱਥ ਜੋੜ ਦਿਓ ਬਸ, ਚੁੱਪ ਕਰ ਜਾਓ। ਠੀਕ ਹੈ ਨਾ, ਸਗੋਂ ਅਗਲਾ ਅਗਰ ਸ਼ੁਕਰ, ਠੀਕ ਹੈ ਨਾ, ਆਪਣੀ ਤੁਸੀਂ ਗੁਰੂ ਤੇ ਭਰੋਸਾ ਰੱਖੋ, ਗੁਰੂ ਤੇ ਵਿਸ਼ਵਾਸ ਰੱਖੋ, ਰੋਜ਼ ਸਿਮਰਨ ਕਰਦੇ, ਰੋਜ਼ ਬੰਦਗੀ ਕਰ ਦਿਓ, ਇੱਕ ਨਾ ਇੱਕ ਦਿਨ ਤੁਹਾਡੀ ਗੱਲ ਜ਼ਰੂਰ ਬਣੇਗੀ। ਠੀਕ ਹੈ, ਅਗਰ ਤੁਹਾਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਲੱਗਦਾ ਸਫਰ, ਤਾਂ ਮੈਨੂੰ ਕਮੈਂਟ ਕਰ ਦਿਆ ਕਰੋ, WhatsApp ਤੇ ਮੈਸੇਜ ਭੇਜ ਦਿਆ ਕਰੋ। ਠੀਕ ਹੈ, ਤੁਹਾਨੂੰ ਸਵਾਲ ਦਾ ਜਵਾਬ ਦੇ ਦਿਆ ਕਰਾਂਗੇ ਜਿੰਨਾ ਕੁ ਹੈ ਨਾ ਗੁਰੂ ਮਹਾਰਾਜ ਕਿਰਪਾ ਕਰਦੇ ਆ। ਹੈ ਨਾ, ਤੇ ਤੁਸੀਂ ਬਸ ਸਿਮਰਨ ਕਰੋ, ਬੰਦਗੀ ਕਰੋ, ਬਸ ਅੰਦਰ ਆ ਜਾਓ, ਬਸ ਅੰਦਰ। ਠੀਕ ਹੈ, ਦਾਸ ਦੇ ਕੁਝ ਬੋਲਣ ਵਿੱਚ ਗਲਤੀ ਹੋ ਗਈ ਹੋਵੇ ਤਾਂ ਦਾਸ ਨੂੰ ਮਾਫ ਕਰ ਦੇਣਾ। ਜੇ ਅੱਛੇ ਵਿਚਾਰ ਲੱਗੇ ਹੋਣ ਤਾਂ ਆਪਣੇ ਜੀਵਨ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਆ, ਹੈ ਨਾ। ਔਰ ਜੇ ਕੋਈ ਗਲਤੀ ਹੋ ਗਈ ਹੋਵੇ ਮੈਨੂੰ ਬੋਲਣ ਦੇ ਵਿੱਚ, ਹੈ ਨਾ, ਤੇ ਮੈਨੂੰ ਆਪਣੀ ਚਰਨਾਂ 'ਚ ਧੂੜ ਸਮਝ ਕੇ, ਆਪਣਾ ਛੋਟਾ ਵੀਰ ਸਮਝ ਕੇ, ਭਰਾ ਸਮਝ ਕੇ, ਹੈ ਨਾ, ਚਰਨਾਂ 'ਚ ਧੂੜ ਸਮਝ ਕੇ ਮੈਨੂੰ ਮਾਫ ਕਰ ਦੇਣਾ। ਜੇ ਅੱਛੇ ਲੱਗੇ ਤਾਂ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਮੈਨੂੰ ਉਮੀਦ ਆ ਕਿ ਤੁਸੀਂ ਰੋਜ਼ ਭਗਤੀ ਕਰੋਗੇ, ਰੋਜ਼ ਸਿਮਰਨ ਕਰੋਗੇ। ਠੀਕ ਹੈ ਨਾ, ਘੱਟੋ ਘੱਟ 24 ਘੰਟਿਆਂ ਦੇ ਵਿੱਚ ਘੱਟੋ ਘੱਟ ਤੁਹਾਡਾ ਰੋਜ਼ ਦਾ 2.5-3 ਘੰਟੇ ਦਾ ਅਭਿਆਸ ਹੋਣਾ ਚਾਹੀਦਾ। ਜੇ ਤੁਸੀਂ ਯੰਗ ਹੋ, ਜਵਾਨ ਹੋ,
ਤਾਂ ਤੁਹਾਡੀ ਇੱਕ ਸਿਟਿੰਗ 2.5-3 ਘੰਟੇ ਦੀ ਹੋਣੀ ਚਾਹੀਦੀ ਹੈ। ਜੇ ਤੁਸੀਂ ਬੁੱਢੇ ਹੋ ਹਨਾ, ਬੁਢਾਪਾ ਆ ਗਿਆ, ਤਾਂ ਥੋੜਾ ਤੁਸੀਂ ਵੰਡ ਕੇ ਘੰਟਾ ਕਰ ਲਿਆ, ਫਿਰ ਘੰਟਾ ਕਰ ਲਿਆ, ਫਿਰ ਘੰਟਾ ਕਰ ਲਿਆ, ਇਦਾਂ ਤੁਸੀਂ ਕਰ ਸਕਦੇ ਹੋ। ਠੀਕ ਹੈ ਨਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਬੇਟੇ ਭਗਤੀ ਕਰਨ ਦੇ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਭਗਤੀ ਹਮੇਸ਼ਾ ਜਵਾਨੀ 'ਚ ਕੀਤੀ ਜਾਂਦੀ ਹੈ। ਠੀਕ ਹੈ ਨਾ। ਤੇ ਜਿੰਨੇ ਵੀ ਰਿਸ਼ੀ ਮੁਨੀ ਸੰਤ ਮਹਾਂਪੁਰਸ਼ ਬਣੇ ਨੇ, ਇਹਨਾਂ ਨੇ ਬਚਪਨ ਦੇ ਵਿੱਚ ਜਵਾਨੀ 'ਚ ਭਗਤੀ ਕੀਤੀਆਂ। ਠੀਕ ਹੈ ਨਾ। ਅੱਜ ਇਹਨਾਂ ਨੂੰ ਯਾਦ ਕਰਦੇ ਆ। ਠੀਕ ਹੈ। ਭਗਤੀ ਹਮੇਸ਼ਾ ਜਵਾਨੀ ਵਿੱਚ ਹੁੰਦੀ ਹੈ। ਇਸ ਕਰਕੇ ਭਗਤੀ ਕਰਨ ਲਈ ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਭਗਤੀ ਕੱਲ ਨਾ ਕਰੋ, ਭਗਤੀ ਅੱਜ ਹੀ ਕਰੋ। ਇਹ ਅੱਜ ਕਰਨ ਦਾ ਵਿਸ਼ਾ ਹੈ। ਠੀਕ ਹੈ। ਆਪਣੀ ਡਿਊਟੀ ਸਮਝ ਕੇ ਰੋਜ਼ ਭਜਨ ਸਿਮਰਨ ਦਾ ਅਭਿਆਸ ਕਰਦੇ ਰਿਹਾ ਕਰੋ, ਰੋਜ਼ ਬੰਦਗੀ ਕਰਦੇ ਰਿਹਾ ਕਰੋ। ਜੈ ਲਖ ਦਾਤਾ ਪੀਰ ਦੀ, ਮੌਜ ਫਕੀਰ ਦੀ।